वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन, सारियां दे परिवारां विच कारोबारां विच सतगुरु चढ़दी कला बख्शन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उचारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरां दा समीर पर्वत ते जाना। उत्थे जाण तो पहला वखरे वखरे सिद्धां दा जोगियां दा नाथां दा गुरु जी नूं आके मिलना। ये तीन नाम वखरे नहीं, ये तीन पदवियां वखरियां वखरियां ने। जोगी तो वड्डा सिद्ध है, सिद्ध तो वड्डा नाथ है। वो जिवें आपां कहने ना गुड बैटर बेस्ट, जां किसी नूं आपां पहला दर्जा दिन्ने, किसी नूं दूजा, किसी नूं तीजा। तीजा दर्जा जिहड़ा जोगी दा है, दूसरा सिद्ध दा है, पहला जिहड़ा वो नाथ दा है। सो ये वखरे वखरे जोगी सिद्ध नाथ आके गुरु जी नूं मिलदे ने। उन्हां दे विच जिहड़ा सब तो आखिरी आया है वो सी शंभूनाथ। बहुता हंकारी सी और इसने आके गुरु जी नाल कुछ रुखे फिके शब्द भी बोले ने, पर अखीर निर उत्तर होके वापस गया। जिस दे गुरु गोरख ने पूछया तो इसने ये कह दिता कि नानक तपा औरे बौरियां गल्लां करदा है, औरा बौरा बोलदा है। जिहड़ों आपां कहने भी इधर उधर दियां ही मारदा है, वो तां मतलब दी गल जिहड़ी असल मुद्दे दी गल है, सिद्धांत दी गल है, उहदे ते तां आउंदा ही नहीं है, वो चर्चा ही नहीं करदा। ये मनुखी सुभाव है।
ਇਹ ਸਾਨੂੰ ਸਮਝਣ ਦੀ ਲੋੜ ਹੈ ਬਹੁਤ। ਮੈਂ ਇੱਕ ਬੇਨਤੀ ਕਰਾਂ ਆਪ ਜੀ ਨੂੰ, ਅਸੀਂ ਮਨੁੱਖ ਹੋ ਕੇ ਹਰ ਚੀਜ਼ ਬਾਰੇ ਸਟੱਡੀ ਕਰਦੇ ਹਾਂ। ਸਾਨੂੰ ਇੱਥੋਂ ਤੱਕ ਵੀ ਪਤਾ ਹੈ ਸਬਜ਼ੀ ਕਿੰਨਾ ਚਿਰ ਠੀਕ ਰਹਿੰਦੀ ਹੈ, ਕਿਹੜੀ ਸਬਜ਼ੀ ਵਧੀਆ ਹੁੰਦੀ ਹੈ। ਹੁਣ ਕਪਾਹ ਬੜੇ ਇਲਾਕਿਆਂ ਵਿੱਚ ਹੁੰਦੀ ਹੈ, ਚਾਵਲ ਬੜੇ ਇਲਾਕਿਆਂ ਵਿੱਚ ਹੁੰਦੇ ਨੇ, ਮੱਕੀ ਬੜੇ ਇਲਾਕਿਆਂ ਵਿੱਚ ਹੁੰਦੀ ਹੈ, ਨਾਰੀਅਲ ਬੜੀ ਥਾਵਾਂ ਤੇ ਹੁੰਦਾ ਹੈ, ਸੰਤਰਾ ਸੇਬ ਬੜੀਆਂ ਥਾਵਾਂ ਤੇ ਹੁੰਦਾ ਹੈ, ਸੇਬ ਹਿਮਾਚਲ 'ਚ ਵੀ ਹੁੰਦਾ ਹੈ, ਪਰ ਸਭ ਤੋਂ ਵਧੀਆ ਕਸ਼ਮੀਰ ਦਾ ਹੈ। ਮੱਕੀ ਦੁਆਬੇ ਦੀ ਵੀ ਵਧੀਆ ਹੈ ਪੰਜਾਬ ਵਿੱਚ, ਪਰ ਸਭ ਤੋਂ ਵਧੀਆ ਜਿਹੜੀ ਹੈ ਉਹ ਚੰਬੇ ਵੱਲ ਦੀ ਹੈ, ਪਹਾੜਾਂ ਦੀ ਹੈ, ਕਿਉਂਕਿ ਇਹਨੂੰ ਪਾਣੀ ਚਾਹੀਦਾ, ਪਰ ਪਾਣੀ ਇਹਦੀਆਂ ਜੜ੍ਹਾਂ ਵਿੱਚ ਖਲੋਤਾ ਨਹੀਂ ਚਾਹੀਦਾ, ਮਿੱਠੀ ਹੋਏਗੀ ਉਹ ਮੱਕੀ। ਅਸੀਂ ਦੁਨੀਆ ਬਾਰੇ ਬਹੁਤ ਕੁਝ ਜਾਣੇ, ਅਸੀਂ ਆਪਸ ਵਿੱਚ ਕੁਝ ਵੀ ਬਹੁਤਾ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਕਰਕੇ ਨਹੀਂ ਕਰਦੇ ਕਿਉਂਕਿ ਆਪਾਂ ਗੁਰਬਾਣੀ ਨਹੀਂ ਪੜ੍ਹਦੇ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਸਭ ਬੰਦਿਆਂ ਦਾ ਸੁਭਾਅ ਵੱਖਰਾ ਵੱਖਰਾ ਹੈ। ਮਾਂ ਵਰਗੀ ਧੀ ਨਹੀਂ, ਪਿਓ ਵਰਗਾ ਪੁੱਤਰ ਨਹੀਂ, ਭਰਾ ਵਰਗਾ ਭਰਾ ਨਹੀਂ, ਭੈਣ ਵਰਗੀ ਭੈਣ ਨਹੀਂ, ਤੇ ਪਤੀ ਪਤਨੀ ਇੱਕ ਵਰਗੇ ਕਿਵੇਂ ਹੋ ਸਕਦੇ ਨੇ? ਹੈ ਕੋਈ ਪੋਸੀਬਲ? ਸੰਭਵ ਹੈ ਕੋਈ? ਫਿਰ ਆਪਾਂ ਕਿਉਂ ਸਾਰੀ ਉਮਰ ਇੱਕੋ ਗੱਲ ਤੇ ਲੱਗੇ ਰਹਿੰਦੇ ਆ? ਬੰਦਾ ਕਹਿੰਦਾ ਵੀ ਔਰਤ ਮੇਰੇ ਹਿਸਾਬ ਨਾਲ ਚੱਲੇ, ਔਰਤ ਕਹਿੰਦੀ ਬੰਦਾ ਮੇਰੇ ਹਿਸਾਬ ਨਾਲ ਚੱਲੇ। ਸਾਡੀ ਸਾਰਿਆਂ ਦੀ ਜਿਹੜੀ ਜ਼ਿੰਦਗੀ ਦੋਜਕ ਬਣੀ ਹੋਈ ਹੈ ਉਹ ਸਿਰਫ ਇਸੇ ਕਰਕੇ ਹੈ। ਅਗਰ ਅਸੀਂ ਇਸ ਨੂੰ ਮੰਨ ਲਈਏ ਕਿ ਇਹ ਨੇਚਰ ਦਾ ਇੱਕ ਸੱਚ ਹੈ ਕਿ ਪਰਮਾਤਮਾ ਨੇ ਕੋਈ ਕਿਹੋ ਜਿਹਾ ਨਹੀਂ ਪੈਦਾ ਕੀਤਾ, ਫਿਰ ਕੀ ਹੋਏਗਾ? ਫਿਰ ਅਸੀਂ ਮੈਂਟਲੀ ਪ੍ਰੀਪੇਅਰਡ ਹੋਵਾਂਗੇ। ਅਸੀਂ ਮਨ ਕਰਕੇ ਇਸ ਗੱਲ ਲਈ ਤਿਆਰ ਹੋਵਾਂਗੇ ਕਿ ਮੈਨੂੰ ਇੱਥੇ ਕਿਤੇ ਨਾ ਕਿਤੇ ਜਾ ਕੇ ਐਡਜਸਟਮੈਂਟ ਕਰਨੀ ਹੋਏਗੀ, ਕੁਝ ਸੁਣਨਾ ਹੋਏਗਾ, ਕੁਝ ਸੁਣਾਉਣਾ ਹੋਏਗਾ। ਔਰ ਇਹ ਲਿਖਿਆ ਬਾਣੀ 'ਚ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ। ਹੁਣ ਤੁਸੀਂ ਕਹੋ ਜੀ ਮੈਂ ਤੇ ਬੋਲਾਂਗਾ ਹੀ ਸੁਣਾਂਗਾ ਹੀ ਨਹੀਂ, ਨਹੀਂ ਫਿਰ ਨਹੀਂ ਕੰਮ ਚੱਲਣਾ, ਸੁਣਨਾ ਵੀ ਪੈਣਾ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਰੱਬ ਨੇ ਸੁਣਨ ਲਈ ਕੰਨ ਦੋ ਦਿੱਤੇ ਨੇ, ਬੋਲਣ ਲਈ ਮੂੰਹ ਦੋ ਨਹੀਂ ਦਿੱਤੇ। ਇਹਦਾ ਅਰਥ ਹੈ ਕਿ ਜੇ ਤੁਸੀਂ ਘੰਟਾ ਸੁਣੋ ਤੇ ਅੱਧਾ ਘੰਟਾ ਬੋਲਣਾ ਚਾਹੀਦਾ, ਪਰ ਇੱਥੇ ਹਾਲਾਤ ਹੀ ਉਲਟ ਨੇ। ਸਾਡਾ ਤੇ ਵਨ ਵੇ ਟ੍ਰੈਫਿਕ ਹੈ ਵੀ ਮੈਂ ਹੀ ਬੋਲਾਂਗਾ ਤੁਸੀਂ ਸੁਣੋ। ਜਦੋਂ ਕਿ ਇਨਫੋਰਮੇਸ਼ਨ ਦਾ, ਗਿਆਨ ਦਾ ਪ੍ਰਾਪਤ ਕਰਨ ਦਾ ਜਿਹੜਾ ਸਭ ਤੋਂ ਬੈਸਟ ਔਰ ਪਹਿਲਾ ਜਿਹੜਾ ਸਰੋਤ ਹੈ ਉਹ ਸਿਰਫ ਤੁਹਾਡੇ ਕੰਨ ਨੇ, ਅੱਖਾਂ ਨਹੀਂ ਹੈ। ਕੋਈ ਵੀ ਚੀਜ਼ ਵੇਖ ਕੇ ਅੱਖਾਂ ਬਿਟ ਬਿਟ ਖੁੱਲੀਆਂ ਰਹਿ ਜਾਂਦੀਆਂ ਨੇ, ਵੇਖਦੀਆਂ ਰਹਿੰਦੀਆਂ ਨੇ। ਫਿਰ ਕੰਨਾਂ 'ਚੋਂ ਆਵਾਜ਼ ਆਉਂਦੀ ਵੀ ਇਹ ਬਿਲਡਿੰਗ ਜਿਹੜੀ ਹੈ ਇਹ ਕਾਹਦੀ ਹੈ, ਇਹ ਕਿੰਨੇ ਬਣਾਈ, ਉਹ ਕਿੱਥੋਂ ਪਤਾ ਲੱਗਾ? ਉਹ ਕੰਨਾਂ ਤੋਂ ਪਤਾ ਲੱਗਿਆ। ਇਸ ਕਰਕੇ ਇਹ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਸ਼ੰਭੂਨਾਥ ਜਿਹੜਾ ਸੀ ਉਹ ਬਹੁਤਾ ਹੀ ਤੱਤਾ ਸੀ, ਉਹਨੇ ਜਾ ਕੇ ਝੂਠ ਬੋਲ ਦਿੱਤਾ, ਪਰ ਉਹਦੇ ਗੁਰੂ ਗੋਰਖ ਨੇ ਉਹਨੂੰ ਫਿਰ ਤਾੜਿਆ, ਮੰਗਲਨਾਥ ਨੇ ਵੀ ਤਾੜਿਆ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਹੈ ਕਿ ਮੰਗਲਨਾਥ ਕਹੇ ਸਤ ਭਾਖਤ, ਐਸੇ ਕਰੇ ਸਿੱਧ ਸਾਧਕ ਜੋਈ, ਹੋਏ ਨਿਰੰਜਨ ਕੀ ਕਰੁਣਾ ਤਬ ਪਾਵਤ, या गत और न कोई, मान रहे मन मान घणो, न जानत आन समान जे होई, जोग ते हीन रहे नर ते, महिमा न मानै संतन सोई। ਉਹਦਾ ਕਾਹਦਾ ਜੋਗ ਹੈ? ਸਭ ਤੋਂ ਵੱਡੀ ਗਲਤੀ ਹੈ ਕਿ ਮੈਂ ਇਹ ਸਮਝ ਲਵਾਂ ਕਿ ਮੈਨੂੰ ਸਭ ਕੁਝ ਆਉਂਦਾ ਹੈ। ਇਹ ਸਭ ਤੋਂ ਪਹਿਲੀ ਗਲਤੀ ਵੀ ਇਹੋ ਹੀ ਹੈ, ਸਭ ਤੋਂ ਵੱਡੀ ਗਲਤੀ ਵੀ ਇਹੀ ਹੈ ਕਿ ਮੈਨੂੰ ਤੇ ਸਭ ਕੁਝ ਪਤਾ ਹੈ ਜੀ, ਮੈਨੂੰ ਤੇ ਆਉਂਦਾ ਹੈ ਜੀ। ਇਸ ਕਰਕੇ ਇਸ ਬਿਦ ਕਰਤ ਸਮੇਰ ਪਰ, ਸਰਬ ਸਿੱਧ ਮਿਲ ਬਾਦ, ਭਇਓ ਧਿਆਏ ਪੂਰਨ ਅਭੈ, ਸ਼੍ਰੀ ਸਤਿਗੁਰੂ ਪ੍ਰਸਾਦ। ਕਵੀ ਜੀ ਕਹਿੰਦੇ ਮੈਂ ਇੱਥੇ ਇਸ ਅਧਿਆਏ ਨੂੰ ਪੂਰਾ ਕਰਦਾ
ਕਿ ਸ਼ੰਭੂਨਾਥ ਦੇ ਵਾਪਸ ਜਾਣ ਤੋਂ ਬਾਅਦ ਗੁਰੂ ਗੋਰਖ ਜਿੱਥੇ ਸਮੇਰ ਪਰਬਤ ਤੇ ਬੈਠਾ, ਉੱਥੇ ਇਸ ਤਰ੍ਹਾਂ ਦੀ ਚਰਚਾ ਹੋਈ ਹੈ। ਉੱਥੇ ਗੁਰੂ ਸਾਹਿਬ ਦੀ ਸ਼ਕਤੀ ਦਾ ਸੱਚ ਜਿਹੜਾ ਸੀ ਉਹ ਕਰਾਮਾਤ ਬਣ ਕੇ ਵਰਤਦਾ ਹੈ। ਉਹ ਖੁੱਲੀ ਜਬ ਦੱਬੀ ਜ਼ਬਾਨ ਵਿੱਚ ਇਸ ਗੱਲ ਨੂੰ ਮੰਨਦੇ ਨੇ ਕਿ ਨਾਨਕ ਇੱਕ ਵੱਡਾ ਅਵਤਾਰੀ ਪੁਰਖ ਹੈ। ਹਾਂਜੀ। ਚਿਰੰਕਾਲ ਤਰ ਮਨ ਸੁਸਕ, ਸ਼੍ਰੀ ਗੁਰ ਪਗ ਜਲ ਪ੍ਰੇਮ। ਇਸੇ ਕਥਾ ਨੂੰ ਅੱਗੇ ਲਿਖਣ ਤੋਂ ਪਹਿਲਾਂ ਕਵੀ ਜੀ, ਕਿਉਂਕਿ ਦਾਈਆ ਨਹੀਂ ਕਰਦੇ ਕਿ ਮੈਂ ਸਾਰੀ ਗੁਰੂ ਸਾਹਿਬ ਦੀ ਕਥਾ ਲਿਖ ਸਕਾਂਗਾ, ਇਹਨਾਂ ਨੇ 10 ਗੁਰੂਆਂ ਦਾ ਇਤਿਹਾਸ ਲਿਖਿਆ। ਪਰ ਮਨੁੱਖ ਦੀ ਸੱਚਾਈ ਤਾਂ ਇਹ ਹੈ ਕਿ ਪਤਾ ਤਾਂ ਸਾਨੂੰ ਅਗਲੇ ਸਵਾਸ ਦਾ ਵੀ ਨਹੀਂ ਹੈ। ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਕੱਲ ਆਪਾਂ ਇੱਥੇ ਇਕੱਠੇ ਹੋਵਾਂਗੇ ਨਹੀਂ ਹੋਵਾਂਗੇ, ਗਰੰਟੀ ਨਹੀਂ ਹੈ। ਆਸ ਹੈ, ਆਸਾਂ ਲੱਗ ਜੀਵ ਤੇ ਜੀਓ। ਆਸ ਤੇ ਇਹ ਹੈ ਵੀ ਅਜੇ ਹੋਰ 40-50 ਸਾਲ ਬਸ ਆਪਾਂ ਹੀ ਚੱਲਣਾ ਹੈ, ਆਪਾਂ ਕਿਸੇ ਨੂੰ ਇੱਥੇ ਆਉਣ ਦੇਣਾ ਕਿਤੇ। ਪਰ ਗਰੰਟੀ 1 ਸੈਕਿੰਡ ਦੀ ਵੀ ਨਹੀਂ ਹੈ। ਆਸ ਜ਼ਰੂਰ ਹੋ ਸਕਦੀ ਹੈ। ਕਵੀ ਜੀ ਜਦੋਂ ਅਗਲੀ ਕਥਾ ਸ਼ੁਰੂ ਕਰਦੇ ਨੇ ਤੇ ਪਰਮਾਤਮਾ ਦਾ ਮੰਗਲ ਕਰਦੇ ਨੇ, ਪਹਿਲਾਂ ਰੱਬ ਦੀ ਇਬਾਦਤ ਕਰਦੇ ਨੇ, ਪਹਿਲਾਂ ਰੱਬ ਦੇ ਚਰਨ ਪਰਸਦੇ ਨੇ, ਗੁਰੂਆਂ ਦੇ ਚਰਨ ਪਰਸਦੇ ਨੇ, ਗੁਰੂਆਂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਨੇ, ਫਿਰ ਬੇਨਤੀ ਕਰਦੇ ਨੇ ਚਿਰੰਕਾਲ ਤਰ ਮਨ ਸੁਸ਼ਕ। ਬੜੇ ਦੇਰ ਤੋਂ ਇਹ ਜਿਹੜਾ ਮਨ ਰੂਪੀ ਰੁੱਖ ਹੈ ਇਹ ਸੁੱਕਿਆ ਹੋਇਆ ਹੈ, ਕਮਲਾ ਗਿਆ ਹੈ। ਵੇਖੋ, ਮਨ ਦਾ ਰੁੱਖਾ ਹੋ ਜਾਣਾ ਸੁਭਾਵਿਕ ਹੈ। ਆਲੇ ਦੁਆਲੇ ਸਾਡੇ ਜੋ ਕੁਝ ਵੀ ਵਾਪਰਦਾ ਹੈ, ਕੋਈ ਨਾ ਕੋਈ ਮਾੜੀ ਖਬਰ ਆ ਗਈ, ਕੋਈ ਨਾ ਕੋਈ ਨੁਕਸਾਨ ਹੋ ਗਿਆ, ਕਿਸੇ ਨੇ ਕੋਈ ਮਾੜਾ ਸ਼ਬਦ ਬੋਲ ਦਿੱਤਾ, ਇਹ ਸਾਰੀਆਂ ਚੀਜ਼ਾਂ ਸਾਡੇ ਮਨ ਨੂੰ ਰੁੱਖਾ ਕਰਦੀਆਂ ਨੇ। ਔਰ ਇਹ ਮਹੀਨਾ ਵੀ ਇਹੋ ਹੀ ਹੈ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਇਸ ਮਹੀਨੇ ਵਿੱਚ ਉਹਦਾ ਮਨ ਰੁੱਖਾ ਨਹੀਂ ਹੋਵੇਗਾ, ਉਹਦਾ ਮਨ ਕੋਰੇ ਦੇ ਪ੍ਰਭਾਵ ਨੂੰ ਨਹੀਂ ਕਬੂਲੇਗਾ ਜਿਹੜੀ ਜਗਿਆਸੂ ਆਤਮਾ, ਜਿਹੜੀ ਜੀਵ ਰੂਪੀ ਆਤਮਾ ਪਤੀ ਪਰਮਾਤਮਾ ਦੇ ਗਲ ਲੱਗ ਕੇ ਰਵੇਗੀ। ਜੇ ਅਸੀਂ ਗੁਰੂ ਨਾਲ ਜੁੜੇ ਰਹੀਏ ਤੇ ਫਿਰ ਇਹ ਗੱਲਾਂ ਕੁਛ ਵੀ ਨਹੀਂ, ਨਾ ਘਾਟਾ ਕੁਛ ਹੈ, ਨਾ ਕਿਸੇ ਦਾ ਬੋਲਿਆ ਕੁਝ। ਆਪਾਂ ਫਿਰ ਕੀ ਕਵਾਂਗੇ, ਚਲੋ ਕੋਈ ਨਹੀਂ, ਆਪੇ ਮਹਾਰਾਜ ਤੇ ਵੇਖਦਾ ਹੀ ਹੈ। ਤੇ ਜੇ ਮਹਾਰਾਜ ਨਾ ਹੋਵੇ ਤੇ ਫਿਰ ਤੇ ਆਪ ਹੀ ਵੇਖਣਾ ਪਏਗਾ ਨਾ। ਮੇਰੀ ਬੇਨਤੀ ਨੂੰ ਫਿਰ ਸੁਣਨਾ। ਅਗਰ ਤੁਸੀਂ ਗੁਰਬਾਣੀ ਪੜ੍ਹਦੇ ਹੋ, ਗੁਰਦੁਆਰੇ ਜਾਂਦੇ ਹੋ, ਤੁਹਾਨੂੰ ਕਿਸੇ ਨੇ ਮਾੜਾ ਬੋਲ ਦਿੱਤਾ, ਤੁਸੀਂ ਕੀ ਕਹੋਗੇ? ਕੋਈ ਨਹੀਂ, ਆਪੇ ਮਹਾਰਾਜ ਤੇ ਵੇਖਦਾ ਹੀ ਹੈ। ਤੇ ਜੇ ਮਹਾਰਾਜ ਨੂੰ ਤੁਸੀਂ ਮੰਨਦੇ ਹੀ ਨਾ ਹੋਵੋ ਫਿਰ ਕੀ ਹੋਏਗਾ? ਫਿਰ ਤੇ ਤੁਹਾਨੂੰ ਖੁਦ ਹੀ ਵੇਖਣਾ ਪਵੇਗਾ। ਤੇ ਵੇਖੋਗੇ ਕਿਵੇਂ? ਫਿਰ ਜੋ ਉਹਨੇ ਬੋਲਿਆ ਤੁਹਾਨੂੰ ਵੀ ਬੋਲਣਾ ਪਏਗਾ। ਫਿਰ 1.25 ਸ਼ੇਰ ਨੂੰ 2.5 ਸ਼ੇਰ ਬਣ ਕੇ ਟੱਕਰੋਗੇ ਤੇ ਗੱਲ ਨਿਬੜੇਗੀ ਨਾ। 21 ਵਾਲੇ ਨੂੰ 31 ਪਾ ਕੇ ਮੋੜਨੇ ਪੈਣਗੇ, 31 ਵਾਲੇ ਨੂੰ 52 ਮੋੜਨੇ ਪੈਣਗੇ। ਤੇ ਜੇ ਹੋਵੇ ਰੱਬ ਦਾ ਆਸਰਾ, ਫਿਰ ਕਹਿੰਦਾ ਚਲੋ ਕੋਈ ਨਹੀਂ, ਇਹਨੇ ਆਪਣੀ ਜ਼ੁਬਾਨ ਗੰਦੀ ਕੀਤੀ ਹੈ, ਮਹਾਰਾਜ ਤੇ ਵੇਖਦਾ ਹੀ ਹੈ ਨਾ। ਹੁਣ ਮਹਾਰਾਜ ਵੇਖੇਗਾ ਜਾਂ ਨਹੀਂ ਵੇਖੇਗਾ, ਪਰ ਤੁਸੀਂ ਸੇਫ ਹੋ ਗਏ। ਨਹੀਂ ਤਾਂ ਸਾਰੀ ਰਾਤ ਤੁਹਾਨੂੰ ਨੀਂਦ ਨਹੀਂ ਸੀ ਆਉਣੀ, ਬਸ ਇਹ ਸੀ ਵੀ ਸਵੇਰੇ ਉੱਠ ਲਵਾਂ ਮੈਂ ਇੱਕ ਵਾਰੀ, ਬਸ ਦਿਨ ਚੜ੍ਹ ਲਵੇ ਭਲਾ। ਉਹ ਕਚੀਚੀਆਂ ਵੱਟਦੇ ਸਾਰੀ ਰਾਤ ਜਿਹੜੀ ਸੀ ਉਹ ਬਲੱਡ ਦੀ ਸਰਕੂਲੇਸ਼ਨ ਵਧੀ ਰਹਿਣੀ ਸੀ। ਹੁਣ ਪਤਾ ਨਹੀਂ ਦਿਨ ਚੜ੍ਹੇਗਾ ਕਿ ਉਦੋਂ ਪਹਿਲੇ ਨਾੜ ਫਟ ਜਾਏਗੀ ਦਿਮਾਗ ਦੀ, ਪਤਾ ਲੱਗਦਾ ਕੋਈ? ਜੇ ਸਾਨੂੰ ਸਤਿਗੁਰੂ ਕਹਿੰਦੇ ਨੇ ਵੀ ਤੂੰ ਇਹਨਾਂ ਚੀਜ਼ਾਂ ਤੋਂ ਬਚ, ਸਾਨੂੰ ਇੱਦਾਂ ਲੱਗਦਾ ਵੀ ਨਹੀਂ, ਇਹ ਤੇ ਐਵੇਂ ਉਪਰੀਆਂ ਜੀਆਂ ਗੱਲਾਂ ਨੇ। ਇਹ ਉਪਰੀਆਂ ਗੱਲਾਂ ਨਹੀਂ ਹੈ, ਇਹ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਇਹ ਤੁਹਾਡੇ ਸਰੀਰ ਨੂੰ ਗਾਲਦੀਆਂ ਨੇ ਚੀਜ਼ਾਂ। ਤੇ ਮੈਂ ਰੋਜ਼ ਬੇਨਤੀ ਕਰਦਾ ਵੀ ਗਲਣ ਦੀ ਪਰਿਭਾਸ਼ਾ ਭੈਣਾਂ ਤੋਂ ਵੱਧ ਕਿਸੇ ਨੂੰ ਨਹੀਂ ਪਤਾ। ਕੋਈ ਚੀਜ਼ ਕੱਚੀ ਹੋਵੇ ਉਹ ਵਰਤੀ ਜਾ ਸਕਦੀ, ਕੋਈ ਬਹੁਤੀ ਪੱਕ ਜਾਵੇ ਉਹ ਬਹੁਤ ਅੱਛੀ ਹੁੰਦੀ ਹੈ, ਪਰ ਜਿਹੜੀ ਗਲ ਜਾਏ। ਮੈਂ ਕੱਚੀਆਂ ਚੀਜ਼ਾਂ ਦਾ ਅਚਾਰ ਪਾਉਂਦਿਆਂ ਲੋਕਾਂ ਨੂੰ ਵੇਖਿਆ। ਕੱਚੀਆਂ ਚੀਜ਼ਾਂ ਘਰ ਦੇ ਡੰਗਰਾਂ ਪਸ਼ੂਆਂ ਨੂੰ ਪਾ ਲਈਆਂ ਜਾਂਦੀਆਂ ਨੇ, ਕੱਚੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਸਬਜ਼ੀਆਂ ਬਣ ਜਾਂਦੀਆਂ ਨੇ। ਅਸੀਂ ਕੱਚੇ ਚਿਬੜਾਂ ਦੀ ਮੈਂ ਸਬਜ਼ੀ ਵੀ ਖਾਧੀ ਹੈ।
ਪੱਕੇ ਚ ਪੱਕਿਆ ਚਿਬੜ ਤੇ ਵੈਸੇ ਹੀ ਸੇਊ ਬੇਰ ਵਰਗਾ ਹੁੰਦਾ ਹੈ, ਉਹਦਾ ਸਵਾਦ ਵੀ ਸੇਊ ਬੇਰ ਵਰਗਾ ਹੋ ਜਾਂਦਾ ਹੈ। ਹੁਣ ਕੱਚੀਆਂ ਅੰਬੀਆਂ ਦੇ ਤੁਸੀਂ ਅਚਾਰ ਵੀ ਖਾਦੇ ਨੇ, ਔਰ ਇਹਦੀ ਮਿੱਠੀ ਚਟਨੀ ਬੜੀ ਵਧੀਆ ਬਣਦੀ ਹੈ, ਬਹੁਤ ਵਧੀਆ ਬਣਦੀ ਹੈ। ਪਰ ਜਿਹੜੀ ਚੀਜ਼ ਗਲ ਜਾਏ, ਇਹ ਚੇਤਾ ਰੱਖਣਾ, ਉਹਦਾ ਕੁਛ ਨਹੀਂ ਜੇ ਬਣਦਾ, ਕੇਵਲ ਬਣਦਾ ਹੀ ਨਹੀਂ। ਅਗਰ ਥੋੜਾ ਜਿਹਾ ਚਿਰ ਤੁਹਾਡੇ ਕਮਰੇ 'ਚ ਰਹਿ ਗਈ ਤੇ ਮੇਰੇ ਖਿਆਲ 2 ਦਿਨ ਤੁਹਾਡੀ ਸੜਿਆਣ ਨਹੀਂ ਖਤਮ ਹੋਣੀ। ਕਾਇਆ ਤੇ ਇਸ ਕਾਇਆ ਨੂੰ ਕਾਮ ਕ੍ਰੋਧ ਨੇ ਗਾਲ ਦੇਣਾ ਹੈ, ਜਿਹੜੀ ਕਿਸੇ ਕੰਮ ਨਹੀਂ ਆਉਣੀ ਉਸ ਤੋਂ ਬਾਅਦ। ਇਸ ਕਦਰ ਇਹਨੇ ਤੁਹਾਡਾ ਨੁਕਸਾਨ ਕਰਨਾ, ਤੁਸੀਂ ਇਹਦੇ ਕੋਲੋਂ ਬਚਣਾ ਸੀ, ਆਪਾਂ ਨੂੰ ਪਤਾ ਹੀ ਨਹੀਂ। ਆਪਾਂ ਤਾਂ ਇਹੀ ਸੋਚਦੇ ਰਹੇ ਵੀ ਜਠਾਣੀ ਤੋਂ ਬਚੋ, ਦਰਾਣੀ ਤੋਂ ਬਚੋ, ਆਂਢੀਆਂ ਗੁਆਂਢੀਆਂ ਤੋਂ ਬਚੋ। ਹੁਣ ਇੱਕ ਦਿਨ ਮੈਂ ਕਿਤੇ ਪੜ੍ਹਿਆ ਲਿਖਿਆ ਸੀ ਆਪਣਿਆਂ ਤੋਂ ਬਚੋ। ਲੈ ਦੱਸੋ ਹੁਣ ਬਾਕੀ ਕੀ ਬਚਿਆ? ਉਹ ਕਹਿੰਦਾ ਆਪਣਿਆਂ ਤੋਂ ਵੀ ਬਚੋ। ਸਤਿਗੁਰੂ ਨੇ ਸਾਨੂੰ ਕਾਮ ਕ੍ਰੋਧ ਤੋਂ ਬਚਣ ਲਈ ਕਿਹਾ, ਬਾਕੀ ਤੁਹਾਡਾ ਇੰਨਾ ਨੁਕਸਾਨ ਨਹੀਂ ਕਰ ਸਕਦੇ। ਬਾਕੀ ਤਾਂ ਸਗੋਂ ਤੁਹਾਨੂੰ ਸੁਚੇਤ ਕਰਦੇ ਨੇ, ਤੁਹਾਨੂੰ ਅਲਰਟ ਕਰਦੇ ਨੇ, ਤੁਹਾਡੇ ਅੰਦਰ ਚੇਤਨਤਾ ਪੈਦਾ ਕਰਦੇ ਨੇ, ਤੁਹਾਨੂੰ ਅਵੇਸਲੇ ਨਹੀਂ ਹੋਣ ਦਿੰਦੇ, ਤੁਹਾਡੇ ਤੋਂ ਮਿਹਨਤ ਕਰਾਉਂਦੇ ਨੇ। ਕਵੀ ਜੀ ਕਹਿੰਦੇ ਨੇ ਮੇਰਾ ਮਨ ਜਿਹੜਾ ਸੀ ਇਹ ਸੁੱਕ ਗਿਆ ਸੀ ਬੜੀ ਦੇਰ ਤੋਂ, ਸ਼੍ਰੀ ਗੁਰ ਪਗ ਜਲ ਪ੍ਰੇਮ। ਹੁਣ ਮੈਨੂੰ ਗੁਰੂ ਦੇ ਚਰਨਾਂ ਦਾ ਪ੍ਰੇਮ ਰੂਪੀ ਜਲ ਮਿਲ ਗਿਆ, ਕਿਉਂਕਿ ਮਨ ਦੀ ਜਿਹੜੀ ਤਰੋ ਤਾਜ਼ਗੀ ਹੈ ਇਹ ਪ੍ਰੇਮ ਵਿੱਚ ਹੈ। ਤੁਸੀਂ ਕਦੇ ਵੇਖ ਲੈਣਾ ਕਿ ਜਦੋਂ ਤੁਹਾਨੂੰ ਕੋਈ ਪਿਆਰ ਕਰਨ ਵਾਲਾ ਮਿਲੇਗਾ, ਕੋਈ ਆਪਣਾ ਮਿਲੇਗਾ, ਤੁਹਾਡਾ ਮਨ ਖਿੜਿਆ ਹਰਿਆ ਬਾਗ ਬਣ ਜਾਏਗਾ। ਜਦੋਂ ਤੁਹਾਨੂੰ ਕੋਈ ਬੇਗਾਨਾ ਮਿਲੇਗਾ, ਇਹ ਮਨ ਸੁੱਕ ਕੇ ਉੱਦਾਂ ਹੀ ਕੋਰਾ ਜਿਹਾ ਹੋ ਜਾਏਗਾ, ਰੁੱਖਾ ਜਿਹਾ ਹੋ ਜਾਏਗਾ। ਮਨ ਕੋਈ ਹੈ ਨਹੀਂ। ਕਿਸੇ ਵੀ ਵੱਡੇ ਤੋਂ ਵੱਡੇ ਸਰਜਨ ਨੂੰ ਪੁੱਛੋ ਵੀ ਤੂੰ ਕਦੇ ਮਨ ਵੇਖਿਆ? ਉਹਦੇ ਕੋਲੋਂ ਤੁਸੀਂ ਕਿਡਨੀਆਂ ਬਾਰੇ ਪੁੱਛ ਲਿਓ, ਆਪਣੇ ਲਿਵਰ ਬਾਰੇ ਪੁੱਛ ਲਿਓ, ਉਹਨੂੰ ਆਪਣੇ ਹਾਰਟ ਬਾਰੇ ਪੁੱਛ ਲਿਓ, ਉਹਨੂੰ ਆਪਣੇ ਅੰਦਰ ਦੇ ਜਿਹੜੇ ਵਾਲ ਨੇ ਉਹਨਾਂ ਬਾਰੇ ਪੁੱਛ ਲਿਓ, ਪਰ ਉਹਨੂੰ ਪੁੱਛੋ ਵੀ ਕਦੇ ਮਨ ਤੂੰ ਵੇਖਿਆ? ਉਹ ਕਵੇਗਾ ਨਹੀਂ। ਤੇ ਫਿਰ ਤੁਸੀਂ ਕਹੋ ਵੀ ਮੈਂ ਤੇ ਜਦੋਂ ਗੁਰਦੁਆਰੇ ਜਾਣਾ ਉੱਥੇ ਕਥਾ ਹੀ ਮਨ ਦੀ ਹੁੰਦੀ ਹੈ, ਤੂੰ ਕਾਹਦਾ ਸਰਜਣ ਹੈ? ਇੱਥੇ ਸਤਿਗੁਰੂ ਇੱਕੋ ਹੀ ਗੱਲ ਸਮਝਾਉਂਦੇ ਨੇ ਕਿ ਹਰ ਚੀਜ਼ ਦਾ ਜਿਹੜਾ ਮੂਲ ਹੈ ਉਹ ਮਨ ਹੈ। ਕੇਵਲ ਬੁਰਾਈ ਦਾ ਨਹੀਂ, ਇਛਾਈ ਦਾ ਮੂਲ ਵੀ ਮਨ ਹੈ। ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੈ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਏਡੀ ਸ਼ਕਤੀ ਮਨ ਤੋਂ ਬਗੈਰ ਸ਼ਕਤੀ ਕਿਸੇ ਕੋਲ ਨਹੀਂ ਜੀ ਹੈਗੀ। ਏਡਾ ਪਾਵਰਫੁਲ ਹੈ ਵੀ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਅਗਰ ਇੰਨੀ ਕੋਈ ਸਟਰੋਂਗ ਤੁਹਾਡੇ ਅੰਦਰ ਕੋਈ ਚੀਜ਼ ਹੈ ਤਾਂ ਸਿਰਫ ਮਨ ਹੈ। ਕਿਹੜਾ ਮਨ? ਜਿਹਨੂੰ ਡਾਕਟਰਾਂ ਨੇ ਵੇਖਿਆ ਹੀ ਨਹੀਂ, ਵੱਡੇ ਤੋਂ ਵੱਡੇ ਸਰਜਨ ਨੂੰ ਪਤਾ ਹੀ ਨਹੀਂ ਮਨ ਹੁੰਦਾ ਕਿੱਥੇ ਹੈ। ਗੁਰਦੁਆਰੇ ਜਾਓ ਤੇ ਸਬਜੈਕਟ ਹੀ ਮੰਨਦਾ, ਵਿਸ਼ਾ ਹੀ ਮੰਨਦਾ। ਤੁਸੀਂ ਜਿੰਨਾ ਪਾਠ ਪੜ੍ਹੋਗੇ, ਜਿੰਨੀ ਕਥਾ ਸੁਣੋਗੇ, ਮੁੜ ਮੁੜ ਕੇ ਕਥਾ ਮਨ ਤੇ ਆ ਜਾਣੀ ਹੈ। ਕਿਹੜਾ ਮਨ? ਜਿਹੜਾ ਸਰੀਰ ਦਾ ਕੋਈ ਬੋਡੀ ਦਾ ਪਾਰਟ ਹੀ ਨਹੀਂ ਹੈਗਾ। ਇਹ ਹਿਰਦੇ ਦੇ ਵੱਖਰੇ ਵੱਖਰੇ 4 ਇਹਦੇ ਫੰਕਸ਼ਨ ਨੇ, ਜਿਹਦੇ ਵਿੱਚ ਸੁਰਤ ਹੈ, ਮਤ ਹੈ, ਮਨ ਹੈ, ਬੁੱਧ ਹੈ। ਹੁਣ ਬੁੱਧੀ ਕਿਹੜੇ ਡਾਕਟਰ ਨੇ ਵੇਖੀ ਹੈ? ਤੁਹਾਡਾ ਬ੍ਰੇਨ ਤੇ ਵੇਖਿਆ ਉਹਨੇ। ਮਨ ਕਿਹਨੇ ਵੇਖਿਆ? ਸੁਰਤੀ ਕਿਹਨੇ ਵੇਖੀ ਹੈ? ਜਿਵੇਂ ਡਾਕਟਰ ਪੋਸਟਮਾਰਟਮ ਕਰਕੇ ਦੱਸ ਦਿੰਦੇ ਨੇ ਵੀ ਬੰਦਾ ਮਰਿਆ ਹੈ ਕਿ ਮਾਰਿਆ ਗਿਆ, ਕੀ ਖਾ ਕੇ ਮਰਿਆ ਹੈ, ਸਾਰੀ ਰਿਪੋਰਟ ਆ ਜਾਂਦੀ ਹੈ। ਇਹ ਤਾਂ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ, ਨਹੀਂ ਤਾਂ ਸਾਡੀ ਸਾਰੀ ਰਿਪੋਰਟ ਹੀ ਆ ਜਾਣੀ ਸੀ ਵੀ ਬੰਦੇ ਨੇ ਕਿੰਨੇ ਕੁ ਗੰਦੇ ਕੰਮ ਕੀਤੇ ਨੇ। ਇਹ ਡਾਕਟਰਾਂ ਨੇ ਆਪਣੀ ਰਿਪੋਰਟ 'ਚ ਹੀ ਲਿਖ ਦੇਣਾ ਸੀ। ਇਸ ਕਰਕੇ ਇਹਨੂੰ ਗੱਲ ਨੂੰ ਸਮਝਣ ਦੀ ਲੋੜ ਹੈ। ਮਨ ਨੂੰ ਜਿਹੜਾ ਜਲ ਚਾਹੀਦਾ ਹੈ ਉਹ ਪ੍ਰੇਮ ਦਾ ਹੈ। ਅਗਰ ਤੁਸੀਂ ਜੀਵਨ ਦੇ ਰੁੱਖੇਪਣ ਤੋਂ ਬਚਣਾ ਹੈ ਤੇ ਸਿਰਫ ਇੱਕੋ ਹੀ ਗੱਲ ਸਮਝ ਲੈਣਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਪ੍ਰਭੂ ਮਿਲੇ ਨਾ ਮਿਲੇ,
ਵੀ ਕਰਤਾਰ ਮਿਲੇ ਨਾ ਮਿਲੇ, ਸੰਸਾਰ ਤਾਂ ਮਿਲੇ। ਜਿਹਨੇ ਦੁਨੀਆ ਨਾਲ ਪ੍ਰੇਮ ਨਹੀਂ ਕੀਤਾ ਉਹਦੀ ਦੁਨੀਆ ਵੀ ਨਹੀਂ ਬਣੀ। ਤੁਸੀਂ ਵੇਖ ਲਓ ਜਿਹੜੇ ਦੁਨੀਆ ਨਾਲ ਪਿਆਰ ਕਰਦੇ ਨੇ ਉਹ ਦੁਨੀਆ ਤੇ ਰਾਜ ਕਰਦੇ ਨੇ। ਰਾਜੇ ਉਹੀ ਨੇ ਜਿਨ੍ਹਾਂ ਨੇ ਦਿਲਾਂ ਤੇ ਰਾਜ ਕੀਤਾ। ਸਿਰਾਂ ਤੇ ਰਾਜ ਕਰਨ ਵਾਲੇ ਤਾਂ ਜਰਵਾਣੇ ਹੋਏ ਨੇ। ਮੇਰੀ ਗੱਲ ਨੂੰ ਫਿਰ ਸੁਣ ਲੈਣਾ ਧਿਆਨ ਨਾਲ। ਦਿਲਾਂ ਤੇ ਰਾਜ ਕਰਨ ਵਾਲੇ ਰਾਜੇ ਹੋਏ ਨੇ, ਜਿਨ੍ਹਾਂ ਨੇ ਸਿਰਾਂ ਤੇ ਰਾਜ ਕੀਤਾ ਉਹ ਤੇ ਜਰਵਾਣੇ ਹੋਏ ਨੇ। ਵੀ ਜਿੰਨਾ ਚਿਰ ਉਹਨਾਂ ਦੀ ਤਲਵਾਰ ਰਹੀ ਰਾਜ ਰਿਹਾ, ਜਿੱਦਾਂ ਤਲਵਾਰ ਕਮਜ਼ੋਰ ਹੋਈ ਅਗਲਿਆਂ ਚੁੱਕ ਮਾਰਿਆ। ਜ਼ੁਲਮ ਕਰਕੇ ਕਿੰਨਾ ਚਿਰ ਕਿਸੇ ਤੇ ਰਾਜ ਕਰ ਸਕਦੇ ਹੋ ਤੁਸੀਂ। ਇਸ ਕਰਕੇ ਜਦੋਂ ਪ੍ਰੇਮ ਰੂਪੀ ਜਲ ਮਿਲਿਆ, ਹਾਂਜੀ, ਸੀਚ ਭਲੇ ਕਰਕੇ ਹਰਿਓ ਕਹੋ ਕਥਾ ਦੇਖੇ ਮਾਂ। ਸੀਂਚ ਭਲੇ ਕਰਕੇ ਹਰਿਓ, ਕਹਿੰਦੇ ਹੁਣ ਮੈਂ ਇਸ ਪ੍ਰੇਮ ਨਾਲ ਆਪਣੇ ਮਨ ਨੂੰ ਸਿੰਚਿਆ, ਮਨ ਨੂੰ ਪ੍ਰੇਮ ਦਾ ਪਾਣੀ ਦਿੱਤਾ ਤੇ ਕੀ ਹੋਇਆ? ਮਨ ਹਰਿਆ ਹੋ ਗਿਆ। ਹਰਿਆ ਵੀ ਕਿਹੋ ਜਿਹਾ? ਖਿੜਿਆ ਬਾਗ ਬਣ ਗਿਆ। ਤੇ ਕਹੋ ਕਥਾ ਦੇ ਖੇਮ, ਉਹ ਕਥਾ ਜਿਹੜੀ ਮੁਕਤੀ ਦੇਣ ਵਾਲੀ, ਖੇਮ ਦੇਣ ਵਾਲੀ ਕਥਾ ਹੈ। ਕਹਿੰਦੇ ਹੁਣ ਮੈਂ ਅੱਗੋਂ ਲਿਖਦਾ। ਗੱਲ ਤੇ ਠੀਕ ਹੈ। ਸੜੇ ਮਨ ਨਾਲ ਤੁਸੀਂ ਕੀ ਕਰੋਗੇ? ਕਿਸੇ ਸੜੇ ਮਨ ਵਾਲੇ ਨੂੰ ਤੁਸੀਂ ਘਰ ਕੁਝ ਬਣਾਉਣ ਲਈ ਕਹਿ ਦਿਓ, ਕੁਝ ਵਰਤਾਉਣ ਲਈ ਕਹਿ ਦਿਓ, ਕਿਤੇ ਜਾਣ ਲਈ ਕਹਿ ਦਿਓ, ਕਿਤੇ ਬਹਿਣ ਲਈ ਕਹਿ ਦਿਓ, ਤੇ ਤੁਸੀਂ ਉਹਦਾ ਮੂੰਹ ਵੇਖਿਓ ਜੀ। ਅਸੀਂ ਬੜਾ ਸੋਹਣਾ ਪੰਜਾਬੀ ਸ਼ਬਦ ਖਿੰਨੇ ਕੀ ਕਹਿੰਦੇ, ਘਸੋਨਰ ਦਾ ਮੂੰਹ ਬਣਾ ਕੇ ਬੈਠਾ ਹੈ। ਉਹ ਸੜੇ ਮਨ ਵਾਲੇ ਦੀ ਗੱਲ ਹੈ। ਇਸ ਕਰਕੇ ਅਗਰ ਮੁਕਤੀ ਦੇ ਦਾਤੇ ਦੀ ਕਥਾ ਲਿਖਣੀ ਹੈ ਤੇ ਉਹਦੇ ਵਾਸਤੇ ਖੁਦ ਖਿੜੇ ਹੋਣਾ ਇਹ ਜ਼ਰੂਰੀ ਸੀ, ਇਹ ਜ਼ਰੂਰਤ ਸੀ ਇਸ ਗੱਲ ਦੀ। ਕਵੀ ਜੀ ਨੇ ਗੁਰੂ ਦੇ ਚਰਨਾਂ ਦੀ ਵੰਦਨਾ ਕੀਤੀ ਹੈ। ਹਾਂਜੀ, ਤਬ ਗੋਰਖ ਨੇ ਬੋਲ ਭਰਥਰੀ ਸੌ ਕਹੀ। ਤਦੋਂ ਫਿਰ ਜਿਹੜਾ ਜੋਗੀਆਂ ਦਾ ਗੁਰੂ ਗੋਰਖ ਹੈ, ਉਹਨੇ ਪਹਿਲੇ, ਸਭ ਤੋਂ ਪਹਿਲੇ ਉਸ ਜੋਗੀ ਨੂੰ ਜਿਹੜਾ ਕਦੇ ਗੁਰੂ ਨਾਨਕ ਸਾਹਿਬ ਨੂੰ ਪਹਾੜਾਂ ਤੋਂ ਥੱਲੇ ਮਿਲਿਆ ਸੀ, ਭਰਥਰੀ, ਉਹਦੀ ਡਿਊਟੀ ਲਾਈ। ਉਹਨੂੰ ਕਿਹਾ, ਹਾਂਜੀ, ਜਾਵੋ ਤੁਮ ਅਬ ਤਹਾਂ ਆਣ ਇਹ ਠਾਂ ਸਹੀ। ਆਖਿਆ ਭਰਥਰੀ ਤੂੰ ਜਾ ਤੇ ਤੂੰ ਨਾਨਕ ਤੱਪਾ ਜੀ ਨੂੰ ਇੱਥੇ ਲੈ ਕੇ ਆ। ਉਹਨਾਂ ਨੂੰ ਕਹਿ ਇੱਥੇ ਸਮੇਰ ਪਰਬਤ ਤੇ ਆਉਣ। ਹਾਂਜੀ, ਸਰਬ ਸਿੱਧ ਸੌ ਮਿਲਾਏ ਜਬੇ ਚੱਲ ਆਏ ਹੈ। ਉਹ ਜਦੋਂ ਇੱਥੇ ਆਉਣਗੇ, ਜਦੋਂ ਇੱਥੇ ਆ ਕੇ ਉਹ ਬਾਕੀ ਸਿੱਧਾਂ ਨੂੰ, ਜੋਗੀਆਂ ਨੂੰ, ਨਾਥਾਂ ਨੂੰ ਮਿਲਣਗੇ। ਹਾਂਜੀ, ਹੋ ਲੈ ਹੈ ਦਰਸ ਕੋ ਦੇ ਹੈ ਭਲੇ ਸੁਖ ਪਾਏ ਹੈ। ਫਿਰ ਅਸੀਂ ਵੀ ਦਰਸ਼ਨ ਲਵਾਂਗੇ, ਅਸੀਂ ਵੀ ਦਰਸ਼ਨ ਦਿਆਂਗੇ ਤੇ ਸੁਖ ਮਿਲੇਗਾ। ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ, ਮਿਲਵੇ ਕੀ ਸ਼ੋਭਾ ਵਰਣ ਨਾ ਸਕੋ। ਜਿਹੜੀ ਮਲਾਪ ਦੀ ਘੜੀ ਹੈ ਉਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਲਾਪ ਤੋਂ ਵੱਡਾ ਸੁੱਖ ਕੋਈ ਨਹੀਂ, ਵਿਛੋੜੇ ਤੋਂ ਵੱਡਾ ਦੁੱਖ ਕੋਈ ਨਹੀਂ। ਕਦੇ ਰਿਪੋਰਟ ਤੇ ਕਿਸੇ ਬੱਚੇ ਨੂੰ ਤੋਰਨ ਆਏ, ਕਿਸੇ ਮਾਂ ਬਾਪ ਦੀ, ਭੈਣਾਂ ਭਰਾਵਾਂ ਦੀ ਤੁਸੀਂ ਅਵਸਥਾ ਵੇਖਣਾ ਕੀ ਹੈ। ਤੇ ਉਸੇ ਏਅਰਪੋਰਟ ਤੇ ਕਦੇ 25-27 ਸਾਲੀ ਉਸੇ ਬੱਚੇ ਦੇ ਵਾਪਸ ਆਉਣ ਤੇ ਉਸੇ ਪਰਿਵਾਰ ਦਾ ਫਿਰ ਜਿਹੜਾ ਮਲਾਪ ਹੋਏਗਾ, ਤੁਸੀਂ ਉਸ ਅਵਸਥਾ ਨੂੰ ਨੋਟ ਕਰਨਾ। ਕੋਈ ਦੁਨੀਆ ਦੀ ਖੁਸ਼ੀ ਜਿਹੜੀ ਹੈ ਉਹਦੇ ਤੋਂ ਵੱਡੀ ਨਹੀਂ ਹੋ ਸਕਦੀ। ਕੋਈ ਚੀਜ਼ ਦੁਨੀਆ ਦੀ ਤੁਹਾਨੂੰ ਉਸ ਤੋਂ ਵੱਡੀ ਖੁਸ਼ੀ ਨਹੀਂ ਦੇ ਸਕਦੀ। ਜੋਗੀਆਂ ਦਾ ਗੁਰੂ ਗੋਰਖ ਕਹਿੰਦਾ ਹੈ ਕਿ ਹਾਂ ਲੈ ਹੈ ਦਰਸ ਕੋ ਦੇਹੇ ਭਲੇ ਸੁਖ ਪਾਏ ਹੈ। ਆਪਣੇ ਦਰਸ਼ਨ ਦਿਆਂਗੇ, ਉਹਨਾਂ ਦੇ ਦਰਸ਼ਨ ਕਰਾਂਗੇ, ਸੁਖ ਮਿਲੇਗਾ। ਹਾਂਜੀ, ਕਹਿਤ ਭਰਥਰੀ ਬੈਨ ਮਿਲਿਓ ਜਬ ਆਦ ਹੀ। ਭਰਥਰੀ ਕਹਿਣ ਲੱਗਾ, ਜੀ ਮੈਂ ਜਦੋਂ ਆਦ ਮਿਲਿਆ, ਪਹਿਲਾਂ ਮਿਲਿਆ, ਪਹਿਲੀ ਵਾਰ ਮਿਲਿਆ, ਜਦੋਂ ਪਹਿਲੀ ਵਾਰੀ ਮੈਂ ਨਾਨਕ ਤੱਪਾ ਜੀ ਦੇ ਦਰਸ਼ਨ ਕੀਤੇ, ਜਦੋਂ ਮੈਂ ਉਹਨਾਂ ਦੀ ਬਾਣੀ ਸੁਣੀ,
ਹਾਂਜੀ। ਸੁਣਿਓ ਤਬੈ ਸ਼ੁਭ ਤਤ ਭਇਓ ਅਹਿਲਾਦ ਹੀ। ਮੈਂ ਉਹਨਾਂ ਕੋਲੋਂ ਬੜੇ ਸ਼ੁਭ ਤੱਤ ਸੁਣੇ ਨੇ। ਤੱਤ ਕੀ ਹੈ? ਨਿਚੋੜ। ਜ਼ਿੰਦਗੀ ਦੀਆਂ ਚੰਗੀਆਂ ਗੱਲਾਂ ਦਾ ਸਾਰ, ਉਹਨੂੰ ਤੱਤ ਕਹਿੰਦੇ ਨੇ, ਨਿਚੋੜ ਕਹਿੰਦੇ ਨੇ। ਕੋਈ ਵਿਅਕਤੀ ਆਪਣੀ ਜ਼ਿੰਦਗੀ ਦਾ ਨਿਚੋੜ ਤੁਹਾਨੂੰ ਪਹਿਲਾਂ ਨਹੀਂ ਦੇ ਸਕਦਾ, ਉਹ ਤਾਂ ਡੈਥ ਬੈੱਡ ਤੇ ਹੀ ਜਾ ਕੇ ਦੇਗਾ। ਉਹ ਇਹ ਤਾਂ ਕਹਿ ਸਕਦਾ ਕਿ ਅੱਜ ਤੱਕ ਦਾ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈ, ਅੱਜ ਤੱਕ ਦਾ ਮੇਰਾ ਤਜਰਬਾ ਇਹ ਕਹਿੰਦਾ ਹੈ। ਪਰ ਜਦੋਂ ਡੈਥ ਬੈੱਡ ਤੇ ਅਸੀਂ ਚੱਲ ਜਾਂਦੇ, ਫਿਰ ਆਪਾਂ ਕਹਿੰਦੇ ਵੀ ਮੇਰੀ ਜ਼ਿੰਦਗੀ ਦਾ ਨਿਚੋੜ ਇਹ ਹੈ। ਕਿ ਇੱਥੋਂ ਤੱਕ ਮੈਂ ਪਹੁੰਚ ਸਕਿਆ, ਇੱਥੋਂ ਤੱਕ ਮੈਂ ਵੇਖ ਸਕਿਆ, ਇੱਥੋਂ ਤੱਕ ਮੇਰੇ ਹਿਸਾਬ ਨਾਲ ਇਹ ਸੱਚ ਹੈ। ਬੜੀਆਂ ਸਾਡੇ ਕੋਲ ਹੀ ਲਿਖਤਾਂ ਨੇ ਸੰਸਾਰ ਵਿੱਚ, ਲਾਇਬ੍ਰੇਰੀਆਂ ਭਰੀਆਂ ਹੋਈਆਂ ਨੇ ਕਿਤਾਬਾਂ ਤੇ। ਬੜੇ ਬੜੇ ਰਾਈਟਰਾਂ ਨੂੰ ਪੁੱਛਿਆ ਗਿਆ, ਬੜੇ ਬੜੇ ਸੰਗੀਤਕਾਰਾਂ ਨੂੰ ਪੁੱਛਿਆ ਗਿਆ, ਤਾਂ ਉਹਨਾਂ ਨੇ ਇੱਕੋ ਗੱਲ ਕਹੀ। ਉਹ ਕਹਿੰਦੇ ਅਸੀਂ ਤੇ ਆਪਣੇ ਜੀਵਨ ਦਾ ਸਾਜ਼ ਜਿਹੜਾ ਸੀ ਉਹਨੂੰ ਸੋਰੀ ਕਰਦੇ ਰਹਿ ਗਏ, ਗਾਉਣ ਦਾ ਤੇ ਮੌਕਾ ਹੀ ਨਹੀਂ ਮਿਲਿਆ। ਕਿਉਂਕਿ ਜੋ ਤੁਸੀਂ ਅੱਜ ਗਾ ਰਹੇ ਹੋ, ਇੱਕ ਸਾਲ ਬਾਅਦ ਤੁਹਾਡੀ ਗਾਇਕੀ ਉਹ ਨਹੀਂ ਹੋ ਸਕਦੀ, ਉਹਦੇ 'ਚ ਫਰਕ ਹੋਏਗਾ। ਜੋ ਅੱਜ ਤੁਹਾਡਾ ਗਿਆਨ ਹੈ, ਸਾਲ ਬਾਅਦ ਉਹ ਨਹੀਂ ਹੋਏਗਾ। ਸਾਲ ਬਾਅਦ 12 ਮਹੀਨਿਆਂ ਦਾ ਐਕਸਪੀਰੀਅੰਸ ਹੋ ਰਿਹਾ, ਉਹਦੇ 'ਚ ਐਡ ਹੋ ਜਾਏਗਾ। ਜਿਹੜੀਆਂ ਗੱਲਾਂ ਤੁਸੀਂ ਅੱਜ ਕਰਦੇ ਹੋ, 5 ਸਾਲਾਂ ਬਾਅਦ ਉਹ ਨਹੀਂ ਕਰੋਗੇ, ਕਿਉਂਕਿ ਉਹ ਗੱਲਾਂ ਤੁਹਾਡੇ ਆਪਣੀ ਜ਼ਿੰਦਗੀ 'ਚ ਕਈ ਵਾਰੀ ਝੂਠੀਆਂ ਹੋ ਚੁੱਕੀਆਂ ਹੋਣਗੀਆਂ। ਜਿਹੜੀਆਂ ਗੱਲਾਂ ਅਸੀਂ 40-45 ਸਾਲ ਦੀ ਉਮਰ 'ਚ ਕੀਤੀਆਂ, ਉਹ ਜਾ ਕੇ 80 ਸਾਲ ਦੀ ਉਮਰ 'ਚ ਅਸੀਂ ਆਪ ਹੀ ਕੈਂਸਲ ਕਰ ਦੇਣੀਆਂ ਨੇ। ਨਹੀਂ, ਉਹ ਸਾਰੀਆਂ ਗਲਤ ਸੀ, ਉਹ ਮੇਰਾ ਗਿਆਨ ਠੀਕ ਨਹੀਂ, ਉਹ ਕਿਤਾਬਾਂ ਦਾ ਗਿਆਨ ਸੀ ਮੇਰੇ ਕੋਲ। ਜ਼ਿੰਦਗੀ ਇਦਾਂ ਨਹੀਂ ਚੱਲਦੀ ਕਦੇ। ਇਸੇ ਕਰਕੇ ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਸਾਡਾ ਸਾਰਿਆਂ ਦਾ ਜਪਜੀ ਵੱਖਰਾ ਹੈ, ਸਾਰਿਆਂ ਦਾ ਸੁਖਮਣੀ ਵੱਖਰਾ ਹੈ। ਈਵਨ ਆ ਮੱਥਾ ਟੇਕ ਰਹੇ ਆਪਾਂ, ਸਾਰਿਆਂ ਦਾ ਮੱਥਾ ਟੇਕਣਾ ਵੱਖਰਾ ਹੈ, ਔਰ ਹਰ ਰੋਜ਼ ਵੱਖਰਾ ਹੈ। ਅੱਜ ਮੱਥਾ ਟੇਕੋਗੇ ਹੋਰ, ਕੱਲ ਆ ਕੇ ਵੇਖਣਾ ਤੁਹਾਡੇ ਮਨ ਦੀ ਅਵਸਥਾ ਕੁਝ ਹੋਰ ਹੋਏਗੀ। ਹੋ ਸਕਦਾ ਅੱਜ ਤੁਸੀਂ ਰੋ ਰਹੇ ਹੋਵੋ, ਕੱਲ ਤੁਸੀਂ ਖੁਸ਼ ਹੋਵੋ, ਕੋਈ ਤੁਹਾਨੂੰ ਮਿਲ ਜਾਏ। ਅੱਜ ਤੁਸੀਂ ਮੰਗਣ ਆਏ ਹੋਵੋ, ਕੱਲ ਸ਼ੁਕਰਾਨਾ ਕਰਨ ਆਓਗੇ, ਤੇ ਫਰਕ ਨਹੀਂ ਹੋਏਗਾ, ਬੜਾ ਫਰਕ ਹੋਏਗਾ। ਭਰਥਰੀ ਕਹਿੰਦਾ ਕਿ ਜਦੋਂ ਪਹਿਲੀ ਵਾਰ ਮੈਂ ਮਿਲਿਆ ਸੀ ਤੇ ਮੈਨੂੰ ਬੜੇ ਸਾਰੇ ਜੀਵਨ ਦੇ ਤੱਤ, ਨਿਚੋੜ, ਸਾਰ ਜਿਹੜੇ ਸੀ ਉਹ ਨਾਨਕ ਤੱਪਾ ਜੀ ਤੋਂ ਸੁਣਨ ਵਾਸਤੇ ਮਿਲੇ ਸਨ। ਭਇਓ ਅਹਿਲਾਦ ਹੀ, ਕਹਿੰਦਾ ਮੈਨੂੰ ਖੁਸ਼ੀ ਵੀ ਬੜੀ ਹੋਈ ਸੀ ਉਹਨਾਂ ਨੂੰ ਮਿਲ ਕੇ। ਹਾਂਜੀ। ਅਬ ਤੁਮ ਆਏ ਅਸਮਾਨ ਜਾਈ ਮੈਂ ਆਣ ਹੋ। ਇਸ ਕਰਕੇ ਹੁਣ ਮੈਂ ਤੁਹਾਡੀ ਆਗਿਆ ਲੈ ਕੇ ਜਾਵਾਂਗਾ, ਕਿਉਂਕਿ ਮੈਂ ਮੰਨਾਂਗਾ, ਮੈਂ ਨਾਨਕ ਤੱਪਾ ਜੀ ਕੋਲ ਜਾਵਾਂਗਾ। ਹਾਂਜੀ। ਹੋ ਬੰਦ ਅਗਾਰੀ ਹਾਥ ਬੇਨੰਤ ਬਖਾਣ ਹੋ। ਮੈਂ ਉਹਨਾਂ ਦੇ ਅੱਗੇ ਜਾ ਕੇ ਹੱਥ ਜੋੜਾਂਗਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਮੇਰ ਪਰਬਤ ਤੇ ਆਉਣ। ਹਾਂਜੀ। ਅਸ ਕਹਿ ਆਏ ਹਦੂਰ ਆਦੇਸ਼ ਬਖਾਨਿਆ। ਇਉਂ ਕਹਿ ਕੇ ਜਿਹੜਾ ਭਰਥਰੀ ਸੀ, ਕਿਉਂਕਿ ਜੋਗੀ ਹਵਾ ਦੇ ਵੇਗ ਦੌੜਦੇ ਸਨ, ਇਹਨਾਂ ਕੋਲ ਰਿਧੀਆਂ ਸਿੱਧੀਆਂ ਸੀ। ਇਹ ਏਡੇ ਕਰਾਮਾਤੀ ਸਨ ਕਿ ਇਹਨਾਂ ਨੂੰ ਤੁਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੀ ਲੋੜ ਨਹੀਂ ਸੀ ਪੈਂਦੀ। ਇੱਥੋਂ ਉੱਡੇ ਉੱਥੇ ਚਲੇ ਗਏ, ਉੱਥੋਂ ਉੱਡੇ ਉੱਥੇ ਚਲੇ ਗਏ। ਭਰਥਰੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ, ਜਿੱਥੇ ਸਤਿਗੁਰੂ ਬੈਠੇ ਨੇ। ਇੱਥੇ ਆ ਕੇ ਉਸਨੇ ਆਏ ਹਦੂਰ ਆਦੇਸ਼ ਬਖਾਨੀਆ ਆ ਕੇ ਸ਼ਬਦ ਬੋਲਿਆ, ਕਹਿਣ ਲੱਗਾ ਜੀ ਨਮਸਕਾਰ। ਨਮਸਕਾਰ ਦਾ ਅਰਥ ਹੁੰਦਾ ਹੈ ਮੱਥਾ ਟੇਕਣਾ। ਜਿਵੇਂ ਆਪਾਂ ਕਹਿੰਦੇ ਮਾਤਾ ਮੱਥਾ ਟੇਕਦੇ ਆ, ਮਾਤਾ ਜੀ ਮੈਂ ਨਮਸਕਾਰ ਕਰਦਾ। ਜਿਵੇਂ ਬੱਚੇ ਕਹਿੰਦੇ ਨੇ ਪਿਤਾ ਜੀ ਮੈਂ ਪੈਰੀ ਪਾਉਣਾ ਕਰਦਾ। ਹਾਂਜੀ। ਹਰਖ ਧਾਰ ਔਰ ਮਿਲਿਓ ਜੋਰ ਕਰ ਪਾਨਿਆ। ਇਹ ਸਤਿਗੁਰੂ ਜੀ ਨੂੰ 2 ਹੱਥ ਜੋੜ ਕੇ ਮਿਲਿਆ ਤੇ ਮਿਲਣ ਤੋਂ ਇਹਨੇ ਖੁਸ਼ੀ ਮਹਿਸੂਸ ਕੀਤੀ ਹੈ।
ਦੇਖੋ ਮੇਰਾ ਤਾਂ ਜਿੰਨਾ ਕੁ ਹੁਣ ਤੱਕ ਦਾ ਮੈਂ ਤਜਰਬਾ ਹੀ ਕਹਿ ਸਕਦਾ ਕਿ ਜਿਹੜਾ ਬੰਦਾ ਤੁਹਾਨੂੰ ਮਿਲ ਕੇ ਖੁਸ਼ ਨਹੀਂ ਹੋਇਆ, ਮਤ ਸੋਚਣਾ ਕਿ ਉਹ ਤੁਹਾਡੇ ਸੋਫੇ ਤੇ ਬਹਿ ਕੇ ਖੁਸ਼ ਹੋਏਗਾ, ਤੁਹਾਡੇ ਪਕੌੜੇ ਖਾ ਕੇ ਖੁਸ਼ ਹੋਏਗਾ, ਤੁਹਾਡੇ ਘਰ ਦਾ ਕੋਈ ਗਜਰੇਲਾ ਖਾ ਕੇ ਖੁਸ਼ ਹੋਏਗਾ, ਜਾਂ ਤੁਹਾਡੀ ਦਿੱਤੀ ਕੋਈ ਗਿਫਟ ਲੈ ਕੇ ਖੁਸ਼ ਹੋਏਗਾ। ਨਾ, ਇਹ ਜਿਹੜੇ ਸਾਡੇ NRI ਵੀਰ ਨੇ, ਇਹਨਾਂ ਨੇ ਇਹੋ ਜਿਹੀਆਂ ਖੁਸ਼ੀਆਂ ਬੜੀਆਂ ਲਈਆਂ ਪੰਜਾਬ 'ਚ ਆ ਕੇ, ਸਾਰੀ ਉਮਰ ਹੀ ਦਿੰਦੇ ਰਹੇ। ਜਿਸ ਸਾਲ ਨਹੀਂ ਦਿੱਤਾ ਉਸੇ ਸਾਲ ਹੀ ਖੁਸ਼ੀਆਂ ਖਤਮ ਹੋ ਗਈਆਂ। ਕਈ ਵਾਰੀ ਸਾਨੂੰ ਭੁਲੇਖਾ ਹੁੰਦਾ ਹੈ, ਅਸੀਂ ਪੈਸਿਆਂ ਨਾਲ ਖੁਸ਼ੀਆਂ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ। ਇਹਦਾ ਅਰਥ ਇਹ ਨਹੀਂ ਕਿਸੇ ਦੀ ਮਦਦ ਨਾ ਕਰੋ, ਨਹੀਂ, ਕਿਤੇ ਨਾ ਕਿਤੇ ਸਾਡੇ ਆਪਣੇ ਅੰਦਰ ਕ੍ਰਾਈਮ ਸੀ ਵੀ ਮੈਂ ਇਹਨੂੰ ਜੈਕਟ ਦਿਆਂਗਾ, ਮੈਂ ਇਹਨੂੰ ਪਰਫਿਊਮ ਦਿਆਂਗਾ, ਮੈਂ ਇਹਨੂੰ ਘੜੀ ਲਿਆ ਕੇ ਦਿਆਂਗਾ। ਉਹ ਐਤਕਾਂ ਦਿਓਗੇ, ਅਗਲੀ ਵਾਰੀ ਅਗਲਾ ਸੋਚਦਾ ਵੀ ਪਿਛਲੀ ਵਾਰੀ ਤੇ ਹੋਰ ਲਿਆ ਸੀ, ਐਤਕਾਂ ਕਿਤੇ ਰਾਡੋ ਦੀ ਲੈ ਕੇ ਆਵੇ ਨਾ, ਤੇ ਜੇ ਤੁਸੀਂ ਨਾ ਲਿਆਏ ਤੇ ਕੀ ਬਣੂਗਾ ਪਤਾ ਤੁਹਾਨੂੰ? ਤੀਜੀ ਵਾਰੀ ਉਹਨੇ ਤੁਹਾਨੂੰ ਮਿਲਣ ਵੀ ਨਹੀਂ ਆਉਣਾ। ਤੇ ਜੇ ਤੁਸੀਂ ਕਦੇ ਵੀ ਨਾ ਲਿਆਉਂਦੇ ਤੇ ਉਹ ਜਿਹੜਾ ਤੁਹਾਡਾ ਮੇਲ ਮਿਲਾਪ ਸੀ ਉਹ ਕਦੇ ਖਤਮ ਨਹੀਂ ਸੀ ਹੋਣਾ। ਉਹਨੂੰ ਤੋੜਿਆ ਕਿਹਨੇ? ਤੋੜਿਆ ਵੀ ਤੁਸੀਂ ਹੈ, ਕਿਉਂਕਿ ਤੁਸੀਂ ਪਿਆਰ ਨੂੰ ਚੀਜ਼ਾਂ ਦੇ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਲੱਭਣ ਦੀ ਕੋਸ਼ਿਸ਼ ਕੀਤੀ, ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮਦਦ ਦੇ ਹੋਰ ਬੜੇ ਤਰੀਕੇ ਹੁੰਦੇ ਨੇ, ਬੜੇ ਤਰੀਕੇ ਨੇ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਇਸ ਤਰੀਕੇ ਨੂੰ ਹੀ ਅਸੀਂ ਅੱਗੇ ਤੋਰਦੇ ਜਾਈਏ। ਕਦੇ ਸਮਾਂ ਆਏਗਾ ਆਪਾਂ ਉਹਦੀ ਵਿਸਥਾਰਤ ਵਿਆਖਿਆ ਵਿੱਚ ਵੀ ਜਾਵਾਂਗੇ ਵੀ ਹੋਰ ਕਿਹੜੇ ਤਰੀਕੇ ਨੇ। ਇਹ ਵੀ ਤਰੀਕਾ ਸੀ ਕਿ ਜੇ ਤੁਸੀਂ ਸਰਵਾਈਵ ਕੀਤਾ, ਤੁਸੀਂ ਕਿਸੇ ਚੰਗੀ ਥਾਂ ਤੇ ਪਹੁੰਚੇ ਹੋ, ਤੇ ਜਿਸ ਰੂਟ ਤੋਂ ਤੁਸੀਂ ਗਏ ਹੋ ਉਹਨੂੰ ਉਸ ਰੂਟ ਤੇ ਤੋਰਿਆ ਜਾ ਸਕਦਾ ਸੀ ਕਿ ਵੀਰ ਤੂੰ ਏਦਾਂ ਏਦਾਂ ਕਰ, ਮੈਂ ਤੇਰੀ ਮਦਦ ਕਰਦਾ। ਅਸੀਂ ਸਸਤੀ ਸ਼ੋਹਰਤ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਸਾਰੀ ਖਤਮ ਹੋ ਗਈ, ਮੂਲ ਵੀ ਗਿਆ। ਇਹ ਇਦਾਂ ਦਾ ਕੰਮ ਹੀ ਹੈ ਜਿੱਦਾਂ ਦਾ ਉਹ 5% ਦੇ ਪੈਸੇ ਦੇਣ ਵਾਲੀ ਗੱਲ ਹੈ ਨਾ, ਵਿਆਜ ਤੇ। ਇਹ ਜੀ ਮੈਂ 5% ਦੇ ਵਿਆਜ ਤੇ ਪੈਸੇ ਦਿੱਤੇ ਨੇ, ਵਿਆਜ ਹੀ ਆਏਗੀ, ਪੈਸੇ ਨਹੀਂ ਆਉਂਦੇ। ਜੇ 1% ਦੇ ਦਿੱਤੇ ਹੁੰਦੇ ਤਾਂ ਹੋ ਸਕਦਾ ਪੈਸੇ ਵੀ ਆ ਜਾਂਦੇ, ਵਿਆਜ ਵੀ ਆ ਜਾਂਦੀ। ਕਿਉਂਕਿ ਵਿਆਜ ਤੇ ਲੈ ਕੌਣ ਰਿਹਾ? ਜਿਹਦੇ ਕੋਲੇ ਹੈ ਨਹੀਂ, ਤੇ ਜਿਹਦੇ ਕੋਲੇ ਪਹਿਲਾਂ ਹੀ ਕੁਝ ਨਹੀਂ ਹੈਗਾ ਉਹ ਹੁਣ ਤੁਹਾਡਾ ਮੂਲ ਦੇਗਾ ਕਿ ਵਿਆਜ ਦੇਗਾ? ਹੁਣ ਕਮਲੇ ਤੇ ਤੁਸੀਂ ਆਪ ਹੋ। ਦੇਖੋ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ 5% ਤੇ ਤੁਹਾਡੇ ਕੋਲੋਂ ਪੈਸੇ ਚੁੱਕ ਲਏ। ਹੁਣ ਦੱਸੋ ਵੀ ਮੈਂ ਤੁਹਾਨੂੰ ਤੁਹਾਡੇ ਪੈਸੇ ਮੋੜਾਂ ਕਿ ਤੁਹਾਨੂੰ ਵਿਆਜ ਦਿਆਂ? ਇਹ ਕੰਮ ਹੀ ਹੋਏਗਾ, ਦੂਜਾ ਤਾਂ ਹੋਣਾ ਹੀ ਨਹੀਂ। ਦੂਜਾ ਨਹੀਂ ਹੋਣਾ। ਮੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇੱਕ ਲੋੜਵੰਦ ਬੰਦਾ ਹੈ। ਇਸੇ ਕਰਕੇ ਤੁਸੀਂ ਵੇਖੋ ਸਾਡੇ ਵਿੱਚ ਵੀ ਵਿਆਜ ਹੈ ਨਹੀਂ, ਪਰ ਸਾਡਾ ਤੇ ਬਹੁਤਿਆਂ ਦਾ ਕੰਮ ਹੀ ਫਾਈਨੈਂਸ ਦਾ ਹੈ। ਪਰ ਮੁਸਲਮਾਨਾਂ 'ਚ ਜਾਓ, ਉਹਨਾਂ ਵਿੱਚ ਹਰਾਮ ਹੈ। ਤੁਹਾਨੂੰ ਕੋਈ ਮੁਸਲਮਾਨ ਫਾਈਨੈਂਸਰ ਨਹੀਂ ਮਿਲੇਗਾ, ਉਹ ਸੂਦ ਤੇ ਪੈਸੇ ਦਿੰਦੇ ਹੀ ਨਹੀਂ। ਵੇਖੋ, ਅਸੀਂ ਬੜਾ ਹੀ ਮੁਸਲਮਾਨਾਂ ਨੂੰ ਮਾੜਾ ਕਹਿੰਦੇ, ਬੜਾ ਹੀ ਮਾੜਾ ਕਹਿੰਦੇ ਆ, ਪਰ ਮੈਨੂੰ ਤੁਸੀਂ ਦੱਸ ਦਿਓ ਅੱਜ ਤੁਹਾਡੇ ਘਰ 'ਚ ਲੱਕੜੀ ਦਾ ਮਿਸਤਰੀ ਕੌਣ ਹੈ? ਮੁਸਲਮਾਨ। ਪੱਥਰ ਦਾ ਮਿਸਤਰੀ ਕੌਣ ਹੈ? ਮੁਸਲਮਾਨ। ਲੋਹੇ ਦਾ ਮਿਸਤਰੀ ਕੌਣ ਹੈ? ਮੁਸਲਮਾਨ। ਸਟੀਲ ਦਾ ਮਿਸਤਰੀ ਕੌਣ ਹੈ? ਮੁਸਲਮਾਨ। ਕਿਉਂਕਿ ਉਹਨਾਂ 'ਚ ਵਿਆਜ ਤੇ ਕੋਈ ਦਿੰਦਾ ਲੈਂਦਾ ਹੀ ਨਹੀਂ ਹੈ, ਇਸ ਕਰਕੇ ਕੰਮ ਕਰਕੇ ਰੋਟੀ ਖਾਣੀ ਪੈਂਦੀ ਹੈ। ਤੇ ਕਿਰਤ ਦਾ ਹੁਕਮ ਸਭ ਤੋਂ ਪਹਿਲਾਂ ਸਾਨੂੰ ਸੀਗਾ। ਮੈਂ ਤਾਂ ਨਹੀਂ ਸੁਣਿਆ ਮੁਸਲਮਾਨਾਂ ਦਾ ਪਹਿਲਾ ਸੰਦੇਸ਼ ਹੋਵੇ ਵੀ ਕਿਰਤ ਕਰਨੀ। ਸਾਡੇ ਘਰ ਦਾ ਸੰਦੇਸ਼ ਪਹਿਲਾ ਹੈ, ਜਪਜੀ ਬਾਅਦ ਵਿੱਚ ਕਰਨਾ, ਪਹਿਲਾਂ ਕਿਰਤ ਕਰਨੀ ਹੈ। ਕਿਉਂਕਿ ਭੁੱਖੇ ਬੰਦੇ ਦਾ ਕੋਈ ਜਪਜੀ ਸਾਹਿਬ ਨਹੀਂ ਹੈ। ਭੁੱਖੇ ਬੰਦੇ ਦਾ ਕਾਹਦਾ ਸੁਖਮਣੀ ਹੈ? ਉਹ ਨਾਲੇ ਸੁਖਮਣੀ ਪੜ੍ਹੀ ਜਾਏਗਾ, ਨਾਲੇ ਵੇਖੇਗਾ ਬੀਬੀ ਰੋਟੀਆਂ ਲੈ ਕੇ ਆਈ ਕਿ ਨਹੀਂ ਆਈ। ਪਹਿਲਾਂ ਕਾਹਦਾ ਸੁਖਮਣੀ ਤੁਹਾਡਾ? ਇਸ ਕਰਕੇ ਭੁੱਖੇ ਭਗਤ ਨਾ ਕੀਜੈ, ਪਹਿਲਾਂ ਕਿਰਤ ਕਰੋ ਆਪਣੀ। ਹੁਣ ਇਸ ਜੋਗੀ ਨੇ ਆ ਕੇ ਜਦੋਂ ਮਿਲਿਆ, ਹਰਖ ਧਾਰ ਉਰ ਮਿਲਿਓ ਜੋਰ ਕਰ ਪਾਨਿਆ, ਹੱਥ ਜੋੜ ਕੇ ਮਿਲਿਆ, ਖੁਸ਼ ਹੋ ਗਿਆ। ਸਤਿਗੁਰੂ ਜੀ ਦੇ ਦਰਸ਼ਨ ਹੋ ਗਏ। ਹਾਂਜੀ।
ਚੱਲੀਐ ਦੀਨ ਦਇਆਲ ਮੇਰ ਕੇ ਊਪਰੇ। ਚੱਲੀਏ ਦੀਨ ਦਿਆਲ ਮੇਰ ਕੇ ਉੱਪਰੇ। ਕਹਿਣ ਲੱਗਾ ਦੀਨਾਂ ਤੇ ਦਇਆ ਕਰਨ ਵਾਲੇ ਸ਼੍ਰੀ ਨਾਨਕ ਜੀ ਸੁਮੇਰ ਪਰਬਤ ਤੇ ਚੱਲੀਏ, ਪਾਵਾਓ, ਦਰਸ਼ਨ ਦਿਓ। ਹਾਂਜੀ। ਹੋ ਦਰਸ਼ ਚਹਿਤ ਸਭ ਸਿੱਧ ਉਡੀਕਤ ਹਿਤ ਤਾਰੇ। ਮਹਾਰਾਜ ਸਾਰੇ ਤੁਹਾਡੀ ਉਡੀਕ ਕਰਦੇ ਨੇ, ਸਾਰਿਆਂ ਨੂੰ ਤੁਹਾਡੇ ਦਰਸ਼ਨਾਂ ਦਾ ਹਿੱਤ ਹੈ। ਉਹ ਚਾਹੁੰਦੇ ਨੇ ਵੀ ਤੁਸੀਂ ਆ ਕੇ ਦਰਸ਼ਨ ਦਿਓ। ਹਾਂਜੀ। ਬੋਲੇ ਪੰਕਜ ਨੈਣ ਕੀ ਨਸਣ ਮਾਨਿਆ। ਬੋਲੇ ਪੰਕਜ ਨੈਣ, ਗੁਰੂ ਨਾਨਕ ਦੇ ਪਿਤਾ ਜੀ ਨੇ ਉੱਤਰ ਦਿੱਤਾ ਤੇ ਇਹਦਾ ਭਰਥਰੀ ਦਾ ਸਨਮਾਨ ਕੀਤਾ। ਵੇਖੋ, ਜੋ ਸਨਮਾਨ ਸ਼ਬਦਾਂ ਵਿੱਚ ਹੈ ਨਾ, ਉਹ ਚੀਜ਼ਾਂ ਵਿੱਚ ਨਹੀਂ ਹੈ। ਹੁਣ ਵੇਖੋ ਨਾ, ਤੁਸੀਂ ਮੇਰੇ ਹੱਥ ਵਿੱਚ ਰੋਟੀ ਹੈ, ਸਾਹਮਣੇ ਬੰਦਾ ਭੁੱਖਾ ਹੈ, ਤੇ ਜੇ ਉਹਨੂੰ ਮੈਂ ਕਹਾਂ ਵੀ ਇਹ ਆ ਲੈ ਮਰ, ਤੇ ਉਹਨੂੰ ਰੋਟੀ ਨਹੀਂ, ਉਹਨੂੰ ਲੱਗੇਗਾ ਵੀ ਮੈਨੂੰ ਜ਼ਹਿਰ ਦਿੱਤੀ ਇਹਨੇ। ਤੇ ਜੇ ਮੈਂ ਉਹਨੂੰ ਕਹਾਂ ਵੀ ਆਓ ਇੱਥੇ ਆਸਣ ਲਾਓ, ਤਸ਼ਰੀਫ ਰੱਖੋ, ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣਾ, ਉਹ ਰੋਟੀ ਅੰਮ੍ਰਿਤ ਹੋ ਜਾਏਗੀ। ਸਨਮਾਨ ਸ਼ਬਦਾਂ ਵਿੱਚ ਹੈ, ਸਤਿਕਾਰ ਸ਼ਬਦਾਂ ਵਿੱਚ ਹੈ, ਚੀਜ਼ਾਂ ਵਿੱਚ ਸਤਿਕਾਰ ਨਹੀਂ ਹੈ। ਆ ਤੁਸੀਂ ਵੇਖ ਲਓ, ਕਈ ਆਦਮੀ ਮੱਥਾ ਟੇਕਣ ਲੱਗਿਆ ਵੀ ਐ ਕਰਕੇ ਮਾਰਦੇ ਨੇ ਪੈਸਾ। ਪੁੱਛੋ ਵੀ ਸੁੱਟਣ ਕਿਹਦੇ ਅੱਗੇ ਲੱਗੇ ਵੀ? ਕੀ ਉਹਨੇ ਤੁਹਾਡਾ ਕਦੇ ਰੁਪਈਆ ਨਹੀਂ ਵੇਖਿਆ? ਨੱਚਣ ਗਾਉਣ ਵਾਲੀਆਂ ਤੇ ਸੁੱਟਣ ਦੇ ਤਰੀਕੇ ਅਸੀਂ ਗੁਰਦੁਆਰੇ ਜਾ ਕੇ ਯੂਜ਼ ਕਰਦੇ ਹਾਂ। ਮੈਂ ਫਿਰ ਬੇਨਤੀ ਕਰਾਂ, ਤਲੀ ਤੇ ਪੈਸਾ ਮੰਗਤੇ ਨੂੰ ਦਿੱਤਾ ਜਾਂਦਾ ਹੈ, ਆਪਣੇ ਇਸ਼ਟ ਦੇ ਤਾਂ ਪੈਸਾ ਚਰਨਾਂ 'ਚ ਰੱਖਿਆ ਜਾਂਦਾ ਹੈ। ਜਿਹੜਾ ਕਿਸੇ ਦੇ ਹੱਥ ਤੇ ਰੱਖੋਗੇ ਉਹ ਦਾਨ ਹੈ, ਜਿਹੜਾ ਕਿਸੇ ਦੇ ਪੈਰਾਂ 'ਚ ਰੱਖੋਗੇ ਉਹ ਭੇਟਾ ਹੈ। ਹੁਣ ਤੁਸੀਂ ਵੇਖ ਲਓ ਵੀ ਤੁਸੀਂ ਕੀ ਕਰਨਾ ਹੈ। ਇਸੇ ਕਰਕੇ ਗੁਰਬਾਣੀ ਦੀ ਇੱਕੋ ਹੀ ਪੰਕਤੀ ਬਹੁਤ ਹੈ, ਮਤ ਥੋੜੀ ਸੇਵ ਗਵਾਈ ਹੈ। ਮਤ ਥੋੜੀ ਹੈ, ਵੱਡੀ ਤੋਂ ਵੱਡੀ ਸੇਵਾ ਵੀ ਤੁਹਾਡੀ ਗਈ। ਥੋੜੀ ਅਕਲ ਹੋਵੇ ਤੇ ਵੱਡੇ ਤੋਂ ਵੱਡਾ ਕਿਸੇ ਦਾ ਕੀਤਾ ਕੰਮ ਵੀ ਜਿਹੜਾ ਹੈ ਉਹ ਸਵਾਹ ਦੇ ਬਰਾਬਰ ਹੋ ਜਾਂਦਾ ਹੈ। ਉਹਦਾ ਨਾ ਕੋਈ ਗੁਣ ਮੰਨਿਆ ਜਾਂਦਾ, ਨਾ ਉਹਦਾ ਕੋਈ ਉਪਕਾਰ ਮੰਨਿਆ ਜਾਂਦਾ, ਕਿਉਂਕਿ ਬੱਧਾ ਚੱਟੀ ਜੋ ਭਰੇ। ਹਾਂਜੀ। ਧੰਨ ਭਰਥਰੀ ਤੁਮੈ ਜੋਗ ਰਸ ਜਾਣਿਆ। ਸਤਿਗੁਰੂ ਜੀ ਨੇ ਸ਼ਬਦ ਆਖੇ ਨੇ, ਭਰਥਰੀ ਤੂੰ ਧੰਨ ਹੈ, ਕਿ ਤੈਨੂੰ ਅਸਲ ਵਿੱਚ ਯੋਗ ਦੇ ਮਤ ਦੀ ਸਮਝ ਆ ਗਈ ਕਿ ਯੋਗ ਹੈ ਕੀ ਹੈ। ਜਿਵੇਂ ਪੜ੍ਹਾਈ ਲਿਖਾਈ ਹੈ, ਦੱਸੋ ਪੜ੍ਹਾਈ ਲਿਖਾਈ ਕੀ ਹੈ? ਕਿ ਪੜ੍ਹਾਈ ਲਿਖਾਈ ਇਹ ਹੈ ਵੀ ਪੜ੍ਹਾਈ ਲਿਖਾਈ ਕਰਕੇ ਪੈਸਾ ਇਕੱਠਾ ਕਰ ਲਓ, ਤੇ ਪੈਸਾ ਇਕੱਠਾ ਕਰਕੇ ਦੁਨੀਆ ਦੇ ਐਸ਼ਵਰਜ ਇਕੱਠੇ ਕਰ ਲਓ, ਤੇ ਐਸ਼ਵਰਜ ਇਕੱਠੇ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਓ। ਜਿਹੜੇ ਕੁੱਲ ਦੁਨੀਆ ਦੇ ਅਮੀਰ ਆਦਮੀ ਨੇ, ਕਦੇ ਉਹਨਾਂ ਦੀਆਂ ਬਿਮਾਰੀਆਂ ਨੋਟ ਕਰਿਓ ਤੁਸੀਂ। ਇਹ ਜਿਹੜਾ ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਤੇ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਫਿਰ ਤੁਹਾਨੂੰ ਸਮਝ ਆਏਗੀ ਵੀ ਆਹ ਜ਼ਿੰਦਗੀ ਤੇ ਕਿਤੇ ਵਧੀਆ ਸੀ। ਮੈਂ ਤੇ ਬਹੁਤੇ ਨੂੰ ਆਪਣੀ ਉਮਰ ਵੀ ਪੂਰੀ ਕਰਦੇ ਨਹੀਂ ਵੇਖਿਆ, ਮਤਲਬ ਉਮਰ ਪੂਰੀ ਮੇਰੇ ਹਿਸਾਬ ਨਾਲ ਵੀ ਇੰਨੇ ਸੁੱਖ ਸਾਧਨ ਹੋਣ ਤੇ ਅਸੀਂ 90 ਸਾਲ ਤੇ ਬੰਦੇ ਨੂੰ ਜੀਵ ਲੈਣਾ ਚਾਹੀਦਾ ਹੈ ਨਾ। ਇਹੋ ਜਿਹੇ ਲੋਕ 50-60 ਰੁਪਏ ਦਾ ਤੇ ਪਾਣੀ ਪੀਂਦੇ ਨੇ ਬੋਤਲ। 5 ਸਟਾਰ ਹੋਟਲਾਂ ਦੀ ਰੋਟੀ ਖਾਂਦੇ ਨੇ, ਜਿੰਨੇ ਦੀ ਅਸੀਂ ਢਾਬੇ ਤੇ ਰੋਟੀ ਖਾਂਦੇ ਇੰਨੇ ਦੀ ਤੇ ਟਿਪ ਦਿੰਦੇ ਨੇ ਇਹ। ਜਿੰਨੇ ਦੀ ਮਾੜਾ ਬੰਦਾ ਸ਼ਰਾਬ ਪੀਂਦਾ ਇੰਨੇ ਦਾ ਤੇ ਇਹਨਾਂ ਦਾ ਇੱਕ ਗਲਾਸ ਹੁੰਦਾ ਹੈ ਵੱਡੇ ਹੋਟਲਾਂ 'ਚ ਜਾ ਕੇ। ਪਰ ਨਤੀਜਾ ਕੀ ਨਿਕਲਿਆ? ਪ੍ਰਾਪਤੀ ਕੀ ਹੋਈ? ਅਗਰ ਤੁਹਾਡੀ ਪੜ੍ਹਾਈ ਲਿਖਾਈ ਦਾ, ਤੁਹਾਡੇ ਘਰ ਦੇ ਪੈਸੇ ਦਾ, ਤੁਹਾਡੇ ਗਿਆਨ ਦਾ ਤੁਹਾਨੂੰ ਖੁਦ ਨੂੰ ਫਾਇਦਾ ਨਹੀਂ ਹੋਇਆ ਤੇ ਕੀ ਲਾਭ ਹੈ? ਅਗਰ ਕੋਈ ਚੀਜ਼ ਤੁਹਾਡੇ ਕੋਲ ਹੈ, ਹੁਣ ਵੀ ਤੁਹਾਡੇ ਕੋਲ ਪੈਨ ਹੈ, ਤੁਹਾਡੇ ਕੋਲ ਪੈਨ ਹੈ, ਤੁਹਾਡੇ ਕੋਲ ਜੁੱਤੀ ਹੈ, ਤੁਹਾਡੇ ਕੋਲ ਕੱਪੜਾ ਹੈ, ਤੁਹਾਡੇ ਕੋਲ ਘਰ ਹੈ,
ਤੇ ਜੇ ਤੁਸੀਂ ਫਿਰ ਵੀ ਠੰਡ ਨਾਲ ਮਰ ਜਾਓ ਤਾਂ ਉਹਦਾ ਕੀ ਇਲਾਜ ਹੈ ਜੀ? ਅਗਰ ਉਹ ਚੀਜ਼ ਤੁਹਾਡੀ ਖੁਦ ਦੀ ਵਰਤੋਂ ਵਿੱਚ ਨਹੀਂ ਹੈ, ਸਾਨੂੰ ਬਹੁਤੇ ਬੰਦਿਆਂ ਨੂੰ ਨਹੀਂ ਪਤਾ ਕਿ ਅਸੀਂ ਪੜ੍ਹਾਈ ਲਿਖਾਈ ਕਰਨੀ ਕਾਹਦੇ ਲਈ ਹੈ। ਨਹੀਂ, ਤੁਸੀਂ ਆਪਣੀ ਜ਼ਿੰਦਗੀ ਨੂੰ ਪਹਿਲਾਂ ਵੰਡ ਲਓ। ਮੈਂ ਕਹਿੰਦਾ ਹਰ ਬੰਦਾ ਵੰਡ ਕੇ ਚੱਲੇ ਵੀ ਮੇਰੀ 100 ਸਾਲ ਉਮਰ ਹੈ, ਮੰਨ ਲਿਆ। ਔਰ ਇਹ ਵੀ ਮੰਨ ਕੇ ਚੱਲਣਾ ਚਾਹੀਦਾ ਵੀ 65 ਸਾਲ ਤੋਂ ਬਾਅਦ ਬਹੁਤ ਕੁਝ ਜਿਹੜਾ ਹੈ ਉਹ ਤੁਹਾਡੇ ਵਾਸਤੇ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਆਊਟ ਆਫ ਆਰਡਰ ਹੋ ਜਾਣੀਆਂ ਨੇ ਤੁਹਾਡੀਆਂ। ਹੁਣ ਇੰਨੇ ਕੁ ਟਾਈਮ ਦੇ ਵਿੱਚ ਤੁਸੀਂ ਕੀ ਤੁਹਾਨੂੰ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ, ਕੀ ਵੇਖਣਾ ਚਾਹੀਦਾ, ਕੀ ਸੁਣਨਾ ਚਾਹੀਦਾ। ਮੇਰੇ ਪਿਆਰੇ ਮਿੱਤਰ ਨੇ ਇੱਕ ਮੈਨੂੰ ਡਾਕਟਰ ਨੇ ਇਹ ਗੱਲ ਦੱਸੀ, ਕਹਿੰਦਾ ਅੱਜ ਗਿਆਨੀ ਜੀ ਬੰਦੇ ਦੀ ਉਮਰ ਵੱਡੀ ਹੋ ਰਹੀ ਹੈ। ਮੈਂ ਕਿਹਾ ਹਾਂਜੀ, ਦੁਬਾਰਾ ਲੋਕ ਵੱਡੀ ਉਮਰ ਤੱਕ ਜਾ ਰਹੇ ਨੇ। ਕਹਿੰਦਾ ਪਰ ਕਿਸੇ ਨੂੰ ਨਹੀਂ ਪਤਾ ਕਿ ਹਰ ਬੰਦੇ ਦੀ 30-35 ਸਾਲ ਉਮਰ ਜਿਹੜੀ ਹੈ ਉਹਦਾ ਲਾਭ ਉਹਦੀ ਫੈਮਿਲੀ ਜਾਂ ਉਹਨੂੰ ਨਹੀਂ ਹੋ ਰਿਹਾ। ਇਹ ਸਾਰਾ ਲਾਭ ਮੈਡੀਕਲ ਲਾਈਨ ਨੂੰ ਹੋ ਰਿਹਾ, ਹਸਪੀਟਲਾਂ ਨੂੰ ਹੋ ਰਿਹਾ, ਇੰਸ਼ੋਰੈਂਸਾਂ ਨੂੰ ਹੋ ਰਿਹਾ, ਦਵਾਈਆਂ ਵਾਲਿਆਂ ਨੂੰ ਹੋ ਰਿਹਾ। ਉਸ ਲੰਬੀ ਉਮਰ ਦਾ ਲਾਭ ਜਿਹੜਾ ਹੈ ਉਹ ਤੁਹਾਨੂੰ ਖੁਦ ਨੂੰ ਨਹੀਂ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਬਚਨ ਆਖੇ ਨੇ ਆਖਿਆ, ਭਰਤਰੀ ਤੂੰ ਧਨ ਹੈ, ਤੂੰ ਯੋਗ ਦੇ ਅਰਥ ਅਸਲ ਵਿੱਚ ਜਾਣੇ ਨੇ। ਯੋਗ ਕੀ ਹੈ? ਵੇਖੋ ਘਰ ਵੀ ਛੱਡ ਲਿਆ, ਸਭ ਕੁਝ ਛੱਡ ਲਿਆ, ਤੇ ਜਿਹੜਾ ਮਿਲਿਆ ਉਹਦੇ ਨਾਲ ਹੀ ਲੜਨਾ ਸ਼ੁਰੂ ਕਰਤਾ, ਜਿਹੜਾ ਮਿਲਿਆ ਉਹਦੇ ਨਾਲ ਹੀ ਈਰਖਾ ਕਰਨੀ ਸ਼ੁਰੂ ਕਰਤੀ, ਤੇ ਫਿਰ ਤੁਸੀਂ ਘਰੇ ਰਹਿ ਲੈਂਦੇ ਭਾਈ। ਘਰ ਦੀ ਈਰਖਾ ਤੁਹਾਡੀ 2-3-4 ਬੰਦਿਆਂ ਤੱਕ ਖਤਮ ਹੋ ਜਾਂਦੀ ਹੈ। ਭਰਾਵਾਂ ਭਰਾਵਾਂ ਦੀ ਹੋਏਗੀ, ਦਰਾਣੀ ਜਠਾਣੀ ਦੀ ਹੋਏਗੀ, ਬਸ ਥੋੜੀ ਬਹੁਤੀ ਹੋਈ ਤੇ ਚਾਚੇ ਤਾਇਆ ਨਾਲ ਹੋਗੀ, ਬਾਕੀ ਨਾ ਤੁਹਾਡੀ ਕਿਸੇ ਨਾਲ ਹੋ ਸਕਦੀ ਹੈ, ਨਾ ਤੁਹਾਡੀ ਕੋਈ ਮੰਨੇਗਾ। ਤੇ ਜੇ ਬਣ ਗਏ ਤੁਸੀਂ ਜੋਗੀ ਤੇ ਫਿਰ ਤੇ ਕੋਈ ਸੀਮਾ ਹੀ ਨਾ ਰਹੀ। ਵੇਖੋ ਨਾ, ਸਵੇਰ ਪਰਬਤ ਤੇ ਜੋਗੀ ਬੈਠੇ ਨੇ। ਗੁਰੂ ਨਾਨਕ ਸਾਹਿਬ ਮਾਤਲੋਕ ਤੋਂ ਜਾ ਰਹੇ ਨੇ, ਸਾਰੇ ਜੋਗੀਆਂ ਦੇ ਜਾਣ ਦੀ ਨੂੰ ਵਕਤਾ ਪਿਆ ਹੋਇਆ ਹੈ। ਇਹ ਆ ਜਾਏਗਾ, ਪਤਾ ਨਹੀਂ ਕੀ ਹੋ ਜਾਏਗਾ, ਕੀ ਹੋ ਜਾਏਗਾ। ਮਤਲਬ ਇਹ ਤੇ ਇਦਾਂ ਵੀ ਜਿੱਦਾਂ ਉਹ ਮਾਰਕੀਟ 'ਚ ਹੁੰਦਾ ਨਾ ਵੀ ਕੋਈ ਅਗਰ ਨਵਾਂ ਕੋਈ ਵਪਾਰੀ ਆ ਗਿਆ ਤੇ ਇਹ ਹੋ ਜਾਏਗਾ। ਕਿਸੇ ਇੰਸਟੀਚਿਊਟ ਵਿੱਚ ਹੁੰਦਾ ਵੀ ਕੋਈ ਨਵਾਂ ਇਦਾਂ ਦਾ ਕੋਈ ਪ੍ਰੋਫੈਸਰ, ਕੋਈ ਲੈਕਚਰਰ ਆ ਗਿਆ ਤੇ ਪਤਾ ਨਹੀਂ ਕੀ ਹੋ ਜਾਏਗਾ। ਵੀ ਤੁਸੀਂ ਤੇ ਸਾਰਾ ਕੁਝ ਹੀ ਛੱਡਤਾ, ਤੁਸੀਂ ਕੱਪੜੇ ਵੀ ਛੱਡਤੇ, ਤੁਸੀਂ ਤੇ ਲੰਗੋਟੀ ਲਾ ਕੇ ਬੈਠੇ ਹੋ, ਤੁਸੀਂ ਤੇ ਸੁਆਹ ਮਲ ਕੇ ਬੈਠੇ ਹੋ। ਤੁਹਾਡੇ ਤੋਂ ਹੋਰ ਕਿਹੜੀ ਮਹਿੰਗੀ ਸੁਆਹ ਮਲ ਲੇਗਾ ਆ ਕੇ ਜਿਹੜਾ ਤੁਹਾਨੂੰ ਵਕਤਾ ਪੈਣ ਲੱਗਾ ਬਈ? ਤੁਹਾਡੇ ਤੋਂ ਕਿਹੜਾ ਵੱਡੀ ਲੰਗੋਟੀ ਲਾ ਲੇਗਾ ਜਿਹਦੇ ਨਾਲ ਤੁਹਾਡੇ ਯੋਗ ਮਤ ਨੂੰ ਖਤਰਾ ਪੈਦਾ ਹੋਣ ਲੱਗਾ? ਆ ਕਿੰਨੀ ਲੰਬੀ ਕਥਾ ਹੋ ਗਈ ਅੱਜ, ਮੇਰਾ ਖਿਆਲ ਮਹੀਨਾ ਹੋ ਗਿਆ। ਸਿਰਫ ਜੋਗੀਆਂ ਦੀ ਈਰਖਾ ਨੇ, ਉਹਨਾਂ ਦੇ ਹੰਕਾਰ ਨੇ ਇੱਕ ਵਕਤਾ ਪਾਇਆ ਹੋਇਆ ਵੀ ਹਾਂ ਹਾਂ ਨਾਨਕ ਇੱਥੇ ਕਿਉਂ ਆਏਗਾ? ਵੀ ਦੱਸੋ ਆਏਗਾ ਤੇ ਕੀ ਕਰ ਲਏਗਾ? ਇਸ ਦੁਨੀਆ ਤੇ ਕਿੰਨੇ ਲੋਕ ਆਏ, ਕਿਸੇ ਨੇ ਕੀ ਕਰ ਲਿਆ ਜੀ? ਔਰੰਗਜ਼ੇਬ ਦਾ ਰਾਜ ਕਿਸੇ ਨੇ ਖੋਇਆ ਤੇ ਨਹੀਂ ਹੈ, 50 ਸਾਲਾਂ ਬਾਅਦ ਆਪੇ ਹੀ ਮਰ ਗਿਆ। ਵੇਖੋ ਰੱਬ ਨੇ ਵੀ ਇੱਕ ਲਿਮਟ ਬਣਾਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਨੇ ਖੋਇਆ ਨਹੀਂ, 40 ਸਾਲਾਂ ਬਾਅਦ ਆਪਣੇ ਆਪ ਉਹਦੀ ਡੈਥ ਹੋਈ ਹੈ। ਉਹਨੂੰ ਮਾਰਿਆ ਥੋੜਾ ਕਿਸੇ ਨੇ। ਇੱਕ ਸੀਮਾ ਹੈ ਤੁਹਾਡੀ, ਉੱਥੇ ਜਾ ਕੇ ਤੁਸੀਂ ਆਪਣੇ ਆਪ ਹੀ ਖਤਮ ਹੋ ਜਾਣਾ ਹੈ, ਕਿਸੇ ਨੂੰ ਖਤਮ ਕਰਨ ਦੀ ਕੀ ਲੋੜ ਹੈ? ਅਸੀਂ ਦੇਵੇ ਇਹ ਰੋਜ਼ ਹੀ ਇੱਕ ਦੂਜੇ ਨੂੰ ਕਹਿੰਦੇ ਮੈਂ ਉਹਨੂੰ ਮਾਰ ਦੇਣਾ, ਤੈਨੂੰ ਮਾਰਨ ਦੀ ਕੀ ਲੋੜ ਹੈ? ਉਹਦੇ ਮਰਨ ਦੀ ਜਗ੍ਹਾ, ਉਹਦੇ ਮਰਨ ਦਾ ਟਾਈਮ, ਉਹਦੇ ਮਰਨ ਦੇ ਕਾਰਨ ਰੱਬ ਨੇ ਪਹਿਲਾਂ ਲਿਖੇ ਨੇ ਵੀ ਇਹਨੂੰ ਇੱਥੇ ਐਦਾਂ ਮਾਰਨਾ ਮੈਂ, ਤੇ ਤੂੰ ਕਾਹਨੂੰ ਵਕਤੇ ਨੂੰ ਫਸਿਆ ਹੋਇਆ ਬਈ? ਸਾਨੂੰ ਤੇ ਬੜੀ ਖੁਸ਼ੀ 'ਚ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜੋ ਉਹਨੇ ਕਰਨਾ ਹੈ ਉਹੀ ਹੋਣਾ ਹੈ, ਸਾਡੇ ਕੀਤਿਆਂ ਹੋਣਾ ਕੁਛ ਨਹੀਂ ਹੈ। ਧਰਮ ਨੂੰ ਮੰਨਣ ਦੇ ਅਰਥ ਇਹ ਨੇ। ਚੰਦ ਬਦਨ ਤ੍ਰੈ ਤਜੀ, ਦੇਸ਼ ਧਨ ਰਾਜ ਜੋ। ਵੇਖੋ ਕੀ ਮਹਾਰਾਜ ਕਹਿੰਦੇ, ਕਹਿੰਦੇ ਚੰਦ ਬਦਨ ਤ੍ਰਿਐ ਤਜੀ। ਭਰਤਰੀ ਤੂੰ ਚੰਦਰਮਾ ਵਰਗੇ ਸਰੀਰ ਵਾਲੀਆਂ ਰਾਣੀਆਂ ਛੱਡੀਆਂ। ਭਰਤਰੀ ਰਾਜਾ ਸੀ ਇੱਕ,
ਰਾਜੇ ਦੇ ਘਰ ਵਿੱਚ ਰਾਣੀਆਂ ਸੀ, ਤੇ ਰਾਣੀਆਂ ਕਿਹੋ ਜੀਆਂ? ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਉਹਨਾਂ ਦੇ ਬਦਨ ਚੰਦਰਮਾ ਵਰਗੇ ਸੀ, ਚਿੱਟੇ। ਇੰਨੀਆਂ ਸੁੰਦਰ ਇਸਤਰੀਆਂ ਛੱਡ ਕੇ ਚੰਦ ਬਦਨ ਤ੍ਰਿਏ ਤਜੀ ਦੇਸ਼ ਧਨ ਰਾਜ ਜੋ, ਤੂੰ ਆਪਣਾ ਦੇਸ਼ ਛੱਡਿਆ, ਆਪਣਾ ਰਾਜ ਛੱਡਿਆ, ਤੇ ਹੀਰੇ ਮੋਤੀ ਜਵਾਹਰਾਤਾਂ ਨਾਲ ਭਰੇ ਖਜ਼ਾਨੇ ਛੱਡੇ। ਬੜਾ ਵੱਡਾ ਰਾਜਾ ਭਰਤਰੀ ਹੋਇਆ। ਇਹ ਉਹੀ ਜੋਗੀ ਭਰਤਰੀ ਹੈ। ਤੂੰ ਰਾਜਾ ਸੀ ਤੇ ਤੂੰ ਰਾਣੀਆਂ ਛੱਡ ਦਿੱਤੀਆਂ, ਤੂੰ ਰਾਜ ਛੱਡ ਦਿੱਤਾ, ਤੂੰ ਧਨ ਦੌਲਤ ਛੱਡ ਦਿੱਤੀ, ਤੂੰ ਬੜੇ ਵੱਡੇ ਮੁਲਕ ਦਾ ਰਾਜਾ ਸੀ, ਤੇਰਾ ਸਿੱਕਾ ਚੱਲਦਾ ਸੀ, ਤੇਰਾ ਨਾਂ ਚੱਲਦਾ ਸੀ, ਤੇਰੇ ਝੰਡੇ ਝੂਲਦੇ ਸੀ। ਜੇ ਤੂੰ ਆਪਣੇ ਮਹਿਲ ਮਾੜੀਆਂ ਛੱਡ ਦਿੱਤੀਆਂ ਨੇ, ਇਸੇ ਕਰਕੇ ਕਿਹਾ ਭਰਤਰੀ ਤੂੰ ਧਨ ਹੈ। ਹਾਂਜੀ। ਹੋ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਜੋ। ਤੂੰ ਹੁਣ ਆਪਣਾ ਜਨਮ ਸਵਾਰ ਲਿਆ ਹੈ, ਤੂੰ ਰਤਨ ਤਿਆਗ ਜਗ ਲਾਜ ਜੋ, ਦੁਨੀਆ ਦੀ ਲਾਜ ਛੱਡ ਦਿੱਤੀ ਹੈ। ਮੈਂ ਇਸ ਗੁਰਦੁਆਰੇ ਵਿੱਚ 1992 ਵਿੱਚ ਜਦੋਂ ਹੈਡ ਗ੍ਰੰਥੀ ਲੱਗਾ, ਤੇ ਮੈਨੂੰ ਕੀ ਪਤਾ ਲੱਗਾ ਕਿ ਰਾਤ ਨੂੰ ਇੱਕ ਪ੍ਰੇਮੀ ਨੇ ਦੂਜੇ ਪ੍ਰੇਮੀ ਦੀ ਬਾਂਹ ਤੋੜ ਦਿੱਤੀ ਹੈ। ਹਾਕੀ ਮਾਰੀ ਇੱਥੇ ਬਾਹਰ। ਲੜਾਈ ਕਾਦੀ ਹੋਈ? ਉਹ ਕਹਿੰਦਾ ਜੀ ਪਲਕ ਮੈਂ ਲਾਉਣੀ ਹੈ, ਦੂਜਾ ਕਹਿੰਦਾ ਵੀ ਪਲਕ ਮੈਂ ਲਾਉਣੀ ਹੈ। ਉਹ ਕਹਿੰਦਾ ਚੌਪਈ ਦਾ ਪਾਠ ਮੈਂ ਕਰਨਾ, ਉਹ ਕਹਿੰਦਾ ਜੀ ਮੈਂ ਕਰਨਾ। ਕਹਿੰਦਾ ਬਾਹਰ ਨਿਕਲ, ਬਾਹਰ ਨਿਕਲੇ ਦੀ ਬਾਂਹ ਤੋੜਤੀ। ਇਹ ਗੱਲ 1992 ਦੀ ਹੈ, 92 ਦੀ। 28 ਸਾਲ ਮੇਰੀ ਉਮਰ ਸੀ, 27 ਸਾਲ। 10 ਵਜੇ 11 ਦਫ਼ਤਰ ਖੁੱਲਿਆ, ਭਾਈ ਪਿਆਰਾ ਸਿੰਘ ਗ੍ਰੰਥੀ ਸੀ, ਉਹਨਾਂ ਦੀ ਚਿੱਠੀ ਆ ਗਈ ਕਿ ਤੁਹਾਨੂੰ ਸਸਪੈਂਡ ਕੀਤਾ ਜਾਂਦਾ ਹੈ। ਸ਼ਾਮੀ 4 ਵਜੇ ਤੇ ਪ੍ਰਧਾਨ ਸੀਗੇ ਸਰਦਾਰ ਰਜਿੰਦਰ ਸਿੰਘ ਮੌਂਗਾ, ਸਕੱਤਰ ਸੀ ਸਰਦਾਰ ਮਾਨ ਸਿੰਘ ਘਈ। ਮੈਂ ਤਾਂ ਕਹਿੰਦਾ ਉਹਨਾਂ ਬੰਦਿਆਂ ਨੂੰ ਵੀ ਨਮਸਕਾਰ ਹੈ। ਇੱਕੋ ਹੀ ਗੱਡੀ ਹੁੰਦੀ ਸੀ ਉਹਨਾਂ ਕੋਲੇ, ਅੰਬੈਸਡਰ, ਉਹਦੇ ਵਿੱਚੋਂ ਇੱਥੇ ਆ ਗਏ। ਮੇਰੇ ਇੱਥੇ ਕਮਰਾ ਸੀ ਪੁਰਾਣਾ। ਭਾਈ ਸਾਹਿਬ ਰਾਤ ਕੀ ਹੋਇਆ? ਉਹ ਇਸ ਤਰ੍ਹਾਂ ਬੋਲਦੇ ਸੀ। ਮੈਂ ਕਿਹਾ ਪ੍ਰਧਾਨ ਸਾਹਿਬ ਹੁਣ ਪੁੱਛਣ ਦੀ ਕੀ ਲੋੜ ਹੈ? ਕਹਿੰਦੇ ਕਿਉਂ? ਬਤ ਕਿਉਂ ਨਾ ਪੁੱਛੀਏ? ਮੈਂ ਕਿਹਾ ਜੀ ਤੁਸੀਂ ਐਕਸ਼ਨ ਵੀ ਲੈ ਲਿਆ। ਕੀ ਐਕਸ਼ਨ ਲਿਆ? ਮੈਂ ਕਿਹਾ ਤੁਸੀਂ ਗ੍ਰੰਥੀ ਸਸਪੈਂਡ ਕਰਤਾ ਮੇਰਾ। ਦੋਨੋਂ ਗਵਰਨਮੈਂਟ ਆਫੀਸਰ ਸਨ, ਦੋਵੇਂ ਸੈਕਟਰੀ ਰੈਂਕ ਤੋਂ ਰਿਟਾਇਰਡ ਹੋਏ ਸੀਗੇ। ਇੱਕ ਦੂਜੇ ਨਾਲ ਵੱਲ ਵੇਖ ਕੇ ਕਹਿਣ ਲੱਗੇ ਵੀ ਇਹ ਤੇ ਗਲਤ ਹੋਇਆ ਹੈ। ਭਾਈ ਸਾਹਿਬ ਅਸੀਂ ਸਵੇਰੇ ਗ੍ਰੰਥੀ ਸਿੰਘ ਨੂੰ ਬਹਾਲ ਕਰ ਦਿਆਂਗੇ, ਹੁਣ ਦੱਸੋ ਕੀ ਹੋਇਆ? ਮੈਂ ਕਿਹਾ ਹੋਇਆ ਕੀ ਵੀ 2 ਬੰਦੇ ਰਾਤ ਆਪਸ ਵਿੱਚ ਲੜੇ ਨੇ, ਤੇ ਲੜੇ ਨੇ ਮਹਾਰਾਜ ਦੀ ਸੇਵਾ ਤੋਂ। ਇੱਕ ਨੇ ਦੂਜੇ ਦੀ ਬਾਂਹ ਤੋੜਤੀ ਹੈ। ਕਸੂਰ ਕਿਹਦਾ? ਮੈਂ ਕਿਹਾ ਦੋਵਾਂ ਦਾ। ਇਲਾਜ ਕੀ ਹੈ? ਮੈਂ ਕਿਹਾ ਤੁਸੀਂ ਮੈਨੂੰ ਲਿਖ ਕੇ ਦਿਓ। ਕਰ ਦੇਸੋ? ਮੈਂ ਕਿਹਾ ਕਰ ਦੇਸਾਂ। ਉਸ ਦਿਨ ਤੋਂ ਕਦੇ ਮੁੜ ਕੇ ਪ੍ਰੇਮੀਆਂ ਨੂੰ ਸੇਵਾ ਨਹੀਂ ਮਿਲੀ ਮਹਾਰਾਜ ਦੇ ਪ੍ਰਕਾਸ਼ ਦੀ। ਤੇ ਇਲਾਜ ਮੈਂ ਕੀ ਕੀਤਾ? ਇੱਥੇ ਬਾਹਰ ਅੱਜ ਜਿੱਥੇ ਸੰਗਲੀ ਲੱਗਦੀ ਹੈ, ਫੈਸਲਾ ਕਰ ਦਿੱਤਾ ਵੀ ਜਿੰਨਾ ਚਿਰ ਪ੍ਰਕਾਸ਼ ਨਹੀਂ ਹੋਏਗਾ ਕੋਈ ਪ੍ਰੇਮੀ ਅੰਦਰ ਨਹੀਂ ਵੜੇਗਾ। ਇਹ ਮੈਂ ਤੁਹਾਨੂੰ ਇਤਿਹਾਸ ਸੁਣਾ ਰਿਹਾ ਬੰਗਲਾ ਸਾਹਿਬ ਦਾ, ਕੋਈ ਚੁਟਕਲਾ ਨਹੀਂ ਸੁਣਾ ਰਿਹਾ। ਬਾਹਰ ਕੱਢਦੇ ਤੇ ਤੁਸੀਂ ਲਾਇਕ ਹੀ ਨਹੀਂ ਹੈਗੇ। ਤੁਸੀਂ ਰਾਤ ਨੂੰ ਆ ਕੇ ਗੁਰਦੁਆਰੇ ਬਾਹਾਂ ਤੋੜੋਗੇ ਤੇ ਤੁਹਾਡੇ ਨਾਲ ਤੇ ਸ਼ਰਾਬ ਪੀਣ ਵਾਲੇ ਚੰਗੇ ਨੇ, ਘੱਟੋ ਘੱਟ ਉਹਨਾਂ ਕਿਸੇ ਦੀ ਬਾਂਹ ਤੇ ਨਹੀਂ ਨਾ ਤੋੜੀ। ਆਪਾਂ ਉਹਨਾਂ ਦੀ ਸ਼ਰਾਬ ਨੂੰ ਕਿਵੇਂ ਮਾੜਾ ਕਵਾਂਗੇ ਵੀ ਉਹ ਰਾਤੀ ਸ਼ਰਾਬ ਪੀਂਦੇ ਨੇ ਜੀ? ਤੁਹਾਡੇ ਜਾਗਣ ਵਾਲਿਆਂ ਨਾਲੋਂ ਸ਼ਰਾਬੀ ਚੰਗੇ ਨੇ। ਇੱਦਾਂ ਹੀ ਸੀਸਗੰਜ ਸਾਹਿਬ ਹੋਇਆ, ਪਿਸਤੌਲ ਕੱਢ ਲਿਆ ਰਾਤ ਨੂੰ ਉਹਨੇ ਬੰਦੇ ਨੇ। ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ, ਮੈਂ ਤਾਂ ਇਹਨਾਂ ਚੀਜ਼ਾਂ ਦਾ ਵਿਟਨੈਸ ਹਾਂ। 30 ਸਾਲ ਹੋ ਗਏ ਮੇਰੀ ਸੇਵਾ ਨੂੰ। ਸਾਲੋਂ ਸਾਲ ਫਿਰ ਬਾਹਰ ਰੱਖੇ ਇੱਥੇ ਖੜੇ ਕਰਕੇ ਕਿ ਜੇ ਤੁਸੀਂ ਨਹੀਂ ਸੇਵਾ ਕਰ ਸਕਦੇ ਤੇ ਤੁਹਾਨੂੰ ਰਾਈਟ ਨਹੀਂ ਹੈ। ਸਾਰੀ ਰਾਤ ਹੀ ਬੰਦੇ ਤੁਰੇ ਫਿਰਦੇ ਨੇ, ਕਾਹਦੇ ਲਈ? ਸੌਂ ਜਾਓ, ਸਿਹਤ ਠੀਕ ਹੋਏਗੀ। ਸਿਹਤ ਠੀਕ ਹੋਈ ਤੇ
ਦਿਮਾਗ ਵੀ ਠੀਕ ਰਹੇਗਾ, ਬੱਚੇ ਵੀ ਠੀਕ ਰਹਿਣਗੇ। ਡਾਕਟਰ ਕੋਲ ਜਾ ਕੇ ਪੁੱਛ ਲੈਣਾ, ਪਹਿਲੀ ਗੱਲ ਤੁਹਾਨੂੰ ਡਾਕਟਰ ਕੀ ਪੁੱਛਦਾ ਹੈ ਵੀ ਤੈਨੂੰ ਨੀਂਦ ਠੀਕ ਆਉਂਦੀ ਹੈ। ਧਰਮ ਦੀ ਦੁਨੀਆ ਦਾ ਸਭ ਤੋਂ ਪਹਿਲਾ ਸਵਾਲ ਇੱਕੋ ਹੀ ਹੁੰਦਾ, ਗਿਆਨੀ ਜੀ ਨੀਂਦ ਬੜੀ ਆਉਂਦੀ ਹੈ। ਮੈਂ ਕਹਿੰਦਾ ਉਹ ਭਾਗਾਂ ਵਾਲਾ ਹੈ ਭਰਾਵਾ। ਲੋਕ ਸ਼ਰਾਬਾਂ ਪੀਂਦੇ ਨੇ ਸੌਣ ਵਾਸਤੇ, ਗੋਲੀਆਂ ਖਾਂਦੇ ਨੇ ਸੌਣ ਵਾਸਤੇ, ਤੇ ਤੂੰ ਤੇ ਲੱਕੀ ਹੈ। ਅਗਰ ਤੁਹਾਨੂੰ ਨੀਂਦ ਠੀਕ ਆਉਂਦੀ ਹੈ ਤੇ ਇਹਦਾ ਮਤਲਬ ਫਿਜ਼ੀਕਲੀ ਤੁਸੀਂ ਠੀਕ ਹੋ। ਸੌਂ ਜਾਓ। ਜੇ ਤੁਸੀਂ ਇਹੀ ਕੁਛ ਕਰਨਾ ਹੈ, ਉੱਠ ਕੇ ਲੜਾਈਆਂ ਕਰਨੀਆਂ ਨੇ, ਝਗੜੇ ਕਰਨੇ ਨੇ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਰਥਰੀ ਤੂੰ ਧਨ ਹੈ, ਤੂੰ ਚੰਦ ਬਦਨ ਇਸਤਰੀਆਂ ਰਾਣੀਆਂ ਛੱਡੀਆਂ ਨੇ। ਹੁਣ ਜਿਹੜੇ ਬੰਦੇ ਰਾਤੀ 12 ਵਜੇ 2 ਵਜੇ ਇੱਥੇ ਆਉਣਗੇ, ਕਿ ਉਹਨਾਂ ਨੇ ਘਰ ਦੇ ਸੁੱਖ ਨਹੀਂ ਛੱਡੇ? ਘਰ ਰਾਤ ਨੂੰ ਰਾਖੀ ਚਾਹੀਦੀ ਹੈ, ਘਰ ਪਰਿਵਾਰ ਨੂੰ ਤੁਹਾਡੀ ਹਾਜ਼ਰੀ ਚਾਹੀਦੀ ਹੈ। ਦੁਨੀਆ ਘਰਾੜੇ ਮਾਰ ਰਹੀ ਹੈ, ਤੁਸੀਂ ਗੱਡੀ ਲੈ ਕੇ ਭੱਜੇ ਹੋਏ ਬੰਗਲਾ ਸਾਹਿਬ ਨੂੰ, ਤੇ ਜੇ ਇੱਥੇ ਆਏ ਹੋ ਤੇ ਇੱਥੇ ਆ ਕੇ ਤੇ ਤੁਹਾਡਾ ਜੀਵਨ ਅੰਮ੍ਰਿਤ ਵਰਗਾ ਹੋ ਜਾਣਾ ਚਾਹੀਦਾ ਹੈ। ਪਿਆਰ ਹੋਣਾ ਚਾਹੀਦਾ, ਕੋਈ ਈਰਖਾ ਨਹੀਂ ਹੋਣੀ ਚਾਹੀਦੀ, ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਆਖਿਆ ਭਰਥਰੀ ਤੂੰ ਧਨ ਹੈ, ਤੂੰ ਦੇਸ਼ ਛੱਡਿਆ, ਤੂੰ ਧਨ ਛੱਡਿਆ, ਤੂੰ ਰਾਜ ਛੱਡਿਆ। ਇਹ ਸ਼ਬਦ ਫਿਰ ਸੁਣ ਲੈਣਾ। ਧਨ ਭਰਥਰੀ ਤੁਮੈ ਜੋਗ ਰਸ ਜਾਣਿਆ, ਚੰਦ ਬਦਨ ਤ੍ਰਿਯ ਤਜੀ, ਦੇਸ਼ ਧਨ ਰਾਜ ਜੋ ਹੋ ਜਨਮ ਸਵਾਰਿਓ ਰਤਨ, ਤਿਆਗ ਜਗ ਲਾਜ ਜੋ। ਜਗਤ ਦੀ ਲਾਜ ਛੱਡ ਦਿੱਤੀ। ਇਦੂ ਪਰੇ ਕਾਹਦੀ ਸ਼ਰਮ ਹੈ? ਜੋ ਤੁਸੀਂ ਰਾਜ ਛੱਡ ਦਿੱਤਾ। ਵੇਖੋ ਇਹ ਸਭ ਤੋਂ ਵੱਡੀ ਸ਼ਰਮ ਹੈ ਵੀ ਤੇਰਾ ਕਿਸੇ ਨੇ ਰਾਜ ਖੋਹ ਲਿਆ। ਰਾਜਾ ਬਣਨ ਵਾਸਤੇ ਲੱਖਾਂ ਫੌਜਾਂ ਮਰਵਾ ਦਿੰਦਾ ਹੈ, ਭਰਥਰੀ ਨੇ ਛੱਡ ਦਿੱਤਾ। ਹੀਰੇ ਮੋਤੀ ਇਕੱਠੇ ਕਰਨ ਲਈ ਆਪਾਂ ਦਿਨ ਰਾਤ ਹੀ ਭੱਜੇ ਫਿਰਦੇ ਆ, ਉਹਨੇ ਖਜ਼ਾਨੇ ਭਰੇ ਛੱਡ ਦਿੱਤੇ। ਰਾਜੇ ਭਰਥਰੀ ਨੂੰ ਸੱਚੇ ਪਾਤਸ਼ਾਹ ਨੇ ਵਡਿਆਇਆ, ਕਿਉਂਕਿ ਹੁਣ ਉਹ ਰਾਜਾ ਨਹੀਂ, ਹੁਣ ਉਹ ਜੋਗੀ ਭਰਥਰੀ ਬਣ ਚੁੱਕਿਆ ਹੈ, ਤੇ ਵਾਕਿਆ ਹੀ ਜੋਗੀ ਹੈ, ਇਸ ਕਰਕੇ ਪ੍ਰਵਾਨ ਹੋ ਗਿਆ। ਅਗਰ ਤੁਸੀਂ ਘਰ ਦੇ ਸੁੱਖ ਛੱਡ ਕੇ ਤੁਰੇ ਹੋ ਤੇ ਫਿਰ ਤੁਹਾਡੇ ਜੀਵਨ ਵਿੱਚ ਫਰਕ ਆਉਣਾ ਚਾਹੀਦਾ ਹੈ। ਵੇਖੋ ਮੈਂ ਤੇ ਕੋਈ ਗੱਲ ਬੇਨਤੀ ਕਰਦਾ ਵੀ ਪਾਠ ਕਰਨ ਵਾਲੇ ਤੇ ਨਾ ਕਰਨ ਵਾਲੇ 'ਚ ਫਰਕ ਹੋਣਾ ਚਾਹੀਦਾ ਹੈ। ਗੁਰਦੁਆਰੇ ਜਾਣ ਵਾਲੇ ਤੇ ਗੁਰਦੁਆਰੇ ਨਾ ਜਾਣ ਵਾਲੇ ਵਿੱਚ ਫਰਕ ਹੋਣਾ ਚਾਹੀਦਾ ਹੈ। ਸੇਵਾ ਕਰਨ ਵਾਲੇ ਸੇਵਾ ਨਾ ਕਰਨ ਵਾਲੇ ਵਿੱਚ ਫਰਕ ਹੋਣਾ ਚਾਹੀਦਾ। ਇੰਨੀ ਗੱਲ ਹੈ। ਬਾਕੀ ਤੇ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਨੂੰ ਵੀ ਮੇਰਾ ਧਰਮ ਕਿੰਨਾ ਹੈ, ਜਾਂ ਇਹਨੂੰ ਦੂਜਾ ਸਿੱਖ ਲਓ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਬਸ ਆਪਣੀ ਕਾਪੀ 'ਚ ਲਿਖੋ ਵੀ ਸਾਕਤ। ਸਾਕਤ ਕੌਣ ਹੈ? ਜਿਹੜਾ ਸ਼ਰਾਬ ਪੀਂਦਾ ਹੈ। ਸਾਕਤ ਕੌਣ ਹੈ? ਜਿਹੜਾ ਗੁਰਦੁਆਰੇ ਨਹੀਂ ਜਾਂਦਾ। ਸਾਕਤ ਕੌਣ ਹੈ? ਜਿਹੜਾ ਬਾਣੀ ਨਹੀਂ ਪੜ੍ਹਦਾ। ਸਾਕਤ ਕੌਣ ਹੈ? ਜਿਹੜਾ ਈਰਖਾ ਕਰਦਾ। ਹੁਣ ਤੁਸੀਂ ਪੁੱਛੋ ਵੀ ਤੂੰ ਕਰਦਾ ਈਰਖਾ? ਹਾਂਜੀ ਕਰਦਾ। ਫਿਰ ਇਹਦਾ ਤੂੰ ਵੀ ਸਾਕਤ ਹੈ। ਤੇ ਜੇ ਤੂੰ ਸਾਕਤ ਨਹੀਂ ਬਣਨਾ ਤੇ ਸਾਕਤ ਸਿਉ ਕਰ ਉਲਟੀ ਰੇ। ਜਿਹੜੀਆਂ ਗੱਲਾਂ ਰੱਬ ਤੋਂ ਟੁੱਟੇ ਬੰਦੇ ਕਰਦੇ ਨੇ ਤੁਸੀਂ ਨਾ ਕਰੋ ਤੇ ਤੁਸੀਂ ਗੁਰਮੁਖ ਹੋ, ਤੇ ਉਹੀ ਗੱਲਾਂ ਉਹੀ ਕਰਨ, ਉਹੀ ਗੱਲਾਂ ਤੁਸੀਂ ਕਰੋ, ਤੇ ਫਿਰ ਭਾਈ ਤੁਸੀਂ ਗੁਰਮੁਖ ਕਿਵੇਂ ਹੋ ਗਏ ਤੇ ਉਹ ਸਾਕਤ ਕਿਵੇਂ ਹੋ ਗਿਆ? ਮੈਂ ਚੰਗਾ ਕਿਵੇਂ ਤੇ ਦੂਜਾ ਮਾੜਾ ਕਿਵੇਂ? ਭਾਈ ਜੇ ਮੈਂ ਚੰਗਾ ਹਾਂ ਤੇ ਇਹ ਤਾਂ ਹੋ ਸਕਦਾ ਹੈ ਜੇ ਦੂਜੇ ਮਾੜੇ ਹੋਣ, ਤੇ ਜੇ ਉਹਨਾਂ ਮਾੜਿਆਂ ਵਰਗਾ ਹੀ ਮੈਂ ਮਾੜਾ ਤੇ ਭਾਈ ਫਿਰ ਮੈਂ ਕਿਵੇਂ ਚੰਗਾ ਹੋ ਗਿਆ? ਹੋ ਹੀ ਨਹੀਂ ਸਕਦਾ। ਇਹਦਾ ਅਰਥ ਇਹ ਨਹੀਂ ਵੀ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਸੁਣਾਈਆਂ ਨੇ ਮੈਂ ਬ੍ਰਹਮ ਗਿਆਨੀ ਆ, ਨਹੀਂ, ਮੈਂ ਵੀ ਤੁਹਾਡੇ ਵਰਗਾ। ਜਾਣ ਬੁੱਝ ਕੇ ਮੈਂ ਵੀ ਬਹੁਤ ਗਲਤੀਆਂ ਕਰਦਾ, ਕਿਉਂਕਿ ਮੈਂ ਵੀ ਇਨਸਾਨ ਆ। ਮੈਨੂੰ ਤਾਂ ਕਈ ਆ ਕੇ ਕਹਿਣਗੇ ਗਿਆਨੀ ਜੀ ਤੁਸੀਂ ਗਲਤੀ ਕੀਤੀ। ਮੈਂ ਕਿਹਾ ਸ਼ੁਕਰ ਹੈ ਯਾਰ, ਤੂੰ ਮੈਨੂੰ ਬੰਦਾ ਸਮਝਣਾ, ਤੂੰ ਮੈਨੂੰ ਕਿਉਂ ਬ੍ਰਹਮ ਗਿਆਨੀ ਸਮਝਦਾ? ਗਲਤੀ ਕਰਾਂਗਾ ਤੇ ਮਾਫੀ ਮੰਗ ਲਾਂਗਾ ਭਾਈ, ਗਲਤੀ ਤਾਂ ਹਰ ਇਨਸਾਨ ਤੋਂ ਹੁੰਦੀ ਹੈ। ਇਹ ਤੇ ਭੁਲੇਖਾ ਕਦੇ ਵੀ ਨਹੀਂ ਪੈਣਾ ਚਾਹੀਦਾ ਵੀ ਮੇਰੇ ਤੋਂ ਗਲਤੀ ਨਹੀਂ ਹੁੰਦੀ। ਗੁਰੂ ਨਾਨਕ ਦੇ ਪਿਤਾ ਜੀ ਨੇ ਭਰਥਰੀ ਜੋਗੀ ਦਾ ਸਨਮਾਨ ਕੀਤਾ, ਤੇ ਸਨਮਾਨ ਲਈ ਡਾਇਮੰਡ ਦੀ ਮੁੰਦਰੀ ਨਹੀਂ ਮੰਗਾਉਣ ਦੀ ਲੋੜ ਹੈਗੀ। ਕਿਸੇ ਦਾ ਸਨਮਾਨ ਕਰਨ ਲਈ ਕੋਈ ਲੱਖ 2 ਲੱਖ ਦਾ ਦੁਸ਼ਾਲਾ ਮੰਗਾਉਣ ਦੀ ਲੋੜ ਨਹੀਂ। ਐਸੇ ਸ਼ਬਦ ਜਗਤ ਗੁਰੂ ਨਾਨਕ ਸਾਹਿਬ ਨੇ, ਜਿਵੇਂ ਅੱਜ ਕਹਿੰਦੇ ਨਾ ਵੀ ਉਹਨੇ ਦੂਜੇ ਲਈ ਆ ਟਵੀਟ ਕੀਤਾ ਜੀ, ਇਹ ਸਤਿਗੁਰੂ ਦੇ ਬਚਨ ਨੇ। ਭਰਥਰੀ ਤੂੰ ਮਹਾਨ ਹੈ ਕਿ ਜੇ ਤੂੰ
ਰਾਣੀਆਂ ਛੱਡੀਆਂ, ਰਾਜ ਛੱਡਿਆ, ਦੇਸ਼ ਛੱਡਿਆ, ਧਨ ਖਜ਼ਾਨੇ ਛੱਡੇ, ਤੇ ਘੱਟੋ ਘੱਟ ਜੋਗੀ ਤੇ ਬਣ ਗਏ ਹੋ। ਨਹੀਂ ਤੇ ਜ਼ਰੂਰ ਚੇਤਾ ਰੱਖਣਾ, ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ